ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਖਾ ਟਲ ਗੁਰ ਸੇ ਐਨ ਸੁਸਹਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਕਸਮ ਦੀ, ਨੂਰ ਅਰਸੋਂ ਕੁਰਸੋਂ ਝਟੀਐ। ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਡਿਠੇ ਸੱਚੇ ਪਾਤਸ਼ਾਹ, ਮਾਲ ਜਨਮ ਜਨਮ ਦੀ ਕੱਟੀਐ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚੇ ਆਏ। ਗੁਰ ਰਾਖੇ ਸੇ ਉਬਰੇ, ਹੋਰ ਮਰ ਜੰਮੈ ਆਵੇ ਜਾਏ। ਹੋਰ ਮਰ ਜੰਮੇ ਆਵੇ ਜਾਏ, ਅੰਤ ਗਏ ਪਛਤਾਹੇ। ਬਿਨਾਵੈ ਸੁਖ ਨਾ ਹੋਈ, ਐਥੇ ਕਮਾਵੇ ਸੋ ਫਲ ਪਾਵੇ। ਮਨਮੁਖ ਹੈ ਪਤ ਖੋਈ, ਜੰਪੁਰ ਘੋਰ ਅੰਧਾਰ ਮਹਾ ਗੁਬਾਰ। ਨਾ ਤਿਤੈ ਭੈਣ ਨਾ ਭਾਈ, ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚਾਈ। ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਲੀਏ ਕੁਲ ਆਲਮ, ਸਰਵਰੇ ਕਾਇਨਾਤ। ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਸਭਾਏਮਾਨ ਹੋ ਰਹੀ ਗੁਰੂ ਕੀ ਸੰਗਤ, ਆਪ ਸੰਗਤਾਂ ਨੇ ਸਤਿਗੁਰਾਂ ਦੇ ਦਰਬਾਰ ਅੰਦਰ ਬੈਠ ਕੇ ਗੁਰਬਾਣੀ ਦੇ ਸ਼ਬਦ ਕੀਰਤਨ ਸਰਵਨ ਕਰਕੇ ਮਿਲਿਆ ਸਮਾਂ, ਮਿਲੇ ਹੋਏ ਸਵਾਸ, ਮਿਲਿਆ ਹੋਇਆ ਇਹ ਮਨੁੱਖਾ ਜਨਮ ਸਫਲਾ ਬਣਾਇਆ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਹੈ ਤੇਰੀ ਬਰੀਆ। ਇਹ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀਆਂ ਦੇ ਬਚਨ ਆਪ ਸੰਗਤਾਂ ਸਫਲੇ ਕਰ ਰਹੇ ਹੋ ਸਤ ਸੰਗਤ ਵਿੱਚ ਬੈਠ ਕੇ। ਇਸ ਵੇਲੇ ਆਪਾਂ ਗੁਰਬਾਣੀ ਦੀ ਲੜੀਵਾਰ ਕਥਾ ਜੋ ਸਾਨੂੰ 584 ਅੰਗ ਦੇ ਉੱਪਰ ਪਹੁੰਚ ਗਈ ਹੈ, ਅੱਜ ਦਾ ਸ਼ਬਦ ਸਾਨੂੰ 584 ਅੰਗ ਦੇ ਉੱਪਰ ਪ੍ਰਾਪਤ ਹੋ ਰਿਹਾ ਹੈ। ਵਡਹੰਸ ਰਾਗ ਦਾ ਇਹ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਬਦ ਹੈ, ਜਾਂ ਆਪਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਇਹ ਅਖੀਰਲਾ ਸ਼ਬਦ ਹੈ। ਇਸ ਤੋਂ ਅੱਗੋਂ ਵਾਰ ਜਿਹੜੀ ਹੈ ਉਹ ਆਰੰਭ ਹੋਣੀ ਹੈ। ਵਾਰ ਤੋਂ ਬਾਅਦ ਵਿੱਚ ਰਾਗ ਦੀ ਸਮਾਪਤੀ ਹੈ। ਸ਼ਬਦਾਂ ਦੇ ਵਿੱਚ ਇਹ ਅਖੀਰਲਾ ਸ਼ਬਦ ਹੈ। ਫਿਰ ਅੱਗੇ ਕੱਲ੍ਹ ਨੂੰ ਆਪਾਂ ਵਾਰ ਸਰਵਨ ਕਰਾਂਗੇ। ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪਵਿੱਤਰ ਸ਼ਬਦ ਆਪਾਂ ਸਰਵਨ ਕਰ ਰਹੇ ਹਾਂ। ਆਓ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹਲਾ ਤੀਜਾ। ਇਹੋ ਸਰੀਰ ਜਜਰੀ ਹੈ, ਇਸਨੋ ਜਰ ਪਹੁੰਚੇ ਆਏ। ਧੰਨ ਗਰੀਬ ਨਵਾਜ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਪਿਆਰਿਆ ਇਹ ਜੋ ਤੈਨੂੰ ਸਰੀਰ ਪ੍ਰਾਪਤ ਹੋਇਆ ਨਾ, ਦੇਹ ਪ੍ਰਾਪਤ ਹੋਈ ਹੈ, ਤਨ ਪ੍ਰਾਪਤ ਹੋਇਆ, ਇਹ ਤੇਰਾ ਤਨ ਜਜਰੀ ਹੈ।
ਸੰਸਕ੍ਰਿਤ ਦਾ ਸ਼ਬਦ ਹੈ, ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਜਰ ਜਰ। ਜਰ ਜਰ ਤੋਂ ਭਾਵ ਕੀ ਹੈ? ਪੁਰਾਣਾ, ਜਾਂ ਆਪਾਂ ਕਹਿ ਸਕਦੇ ਕਮਜ਼ੋਰ। ਮਹਾਰਾਜ ਕਹਿਣ ਲੱਗੇ ਇਹੋ ਤਨ ਜਜਰੀ ਹੈ। ਇਹ ਤੇਰਾ ਤਨ ਸਰੀਰ ਜਿਹੜਾ ਜਜਰੀ ਕਹੀਏ ਕ੍ਰਿਸ਼ ਹੁੰਦਾ ਜਾ ਰਿਹਾ, ਸੁੰਗੜਦਾ ਜਾ ਰਿਹਾ, ਇਕੱਠਾ ਹੁੰਦਾ ਜਾ ਰਿਹਾ ਹੈ। ਆਪਾਂ ਦੇਖਦੇ ਹਾਂ ਨਾ ਜਵਾਨੀ ਦੇ ਵਿੱਚ ਹੱਡ ਪੂਰੀ ਤਰ੍ਹਾਂ ਕੱਸੇ ਰਹਿੰਦੇ, ਹੱਡਾਂ ਦੇ ਉੱਤੇ ਚੰਮ ਜਿਹੜਾ ਉਹ ਵੀ ਕੱਸਿਆ ਰਹਿੰਦਾ, ਚਮੜੀ ਵੀ ਕੱਸੀ ਰਹਿੰਦੀ ਹੈ। ਜਿਵੇਂ ਜਿਵੇਂ ਬੁਢੇਪਾ ਆਉਂਦਾ, ਬਜ਼ੁਰਗ ਹੁੰਦਾ, ਅਤੇ ਸਰੀਰ ਦਾ ਮਾਸ ਉਵੇਂ ਉਵੇਂ ਢਿਲਕਣਾ ਸ਼ੁਰੂ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹੋ ਤਨ ਜਜਰੀ ਹੈ। ਇਹ ਤੇਰਾ ਸਰੀਰ ਜਿਹੜਾ ਨਾ ਜਜਰੀ ਕਹੀਏ ਪੁਰਾਣਾ ਹੁੰਦਾ ਜਾਂਦਾ, ਕਮਜ਼ੋਰ ਹੁੰਦਾ ਜਾਂਦਾ, ਜਾਂ ਜਜਰੀ ਕਹੀਏ ਕ੍ਰਿਸ ਹੁੰਦਾ ਜਾਂਦਾ, ਸੁੰਗੜਦਾ ਜਾ ਰਿਹਾ ਹੈ, ਕਮਜ਼ੋਰ ਹੁੰਦਾ ਜਾ ਰਿਹਾ। ਮਹਾਰਾਜ ਕਿਉਂ ਐਸਾ ਹੋ ਰਿਹਾ ਹੈ? ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਨੂੰ ਜੰਮ ਪਹੁੰਚੇ ਆਏ, ਜਰ ਪਹੁੰਚੇ ਆਏ। ਜਰ ਤੋਂ ਭਾਵ ਬੁਢੇਪਾ, ਕਿਉਂਕਿ ਤੇਰੇ ਸਰੀਰ ਦੇ ਉੱਪਰ ਬੁਢੇਪਾ ਹੋਣਾ ਸ਼ੁਰੂ ਹੋ ਗਿਆ ਹੈ, ਬੁੱਢਾ ਹੋਣਾ ਸ਼ੁਰੂ ਹੋ ਗਿਆ। ਇਹ ਤੇਰਾ ਸਰੀਰ ਤਾਂ ਕਮਜ਼ੋਰ ਹੋਇਆ ਹੈ ਕਿਉਂਕਿ ਇਹਦੇ ਉੱਪਰ ਬੁਢੇਪਾ ਆ ਗਿਆ ਹੈ, ਤਾਂ ਇਹ ਕਮਜ਼ੋਰ ਹੁੰਦਾ, ਤਾਂ ਇਕੱਠਾ ਹੁੰਦਾ ਜਾਂਦਾ। ਬਾਬਾ ਫਰੀਦ ਸਾਹਿਬ ਜੀਆਂ ਨੇ ਆਪਣੀ ਬਜ਼ੁਰਗੀ ਨੂੰ, ਵੱਡੀ ਉਮਰਾਂ ਨੂੰ ਬਾਖੂਬੀ ਲਿਖਿਆ। ਉਹਨਾਂ ਨੇ ਸਾਨੂੰ ਸਮਝਾਉਣ ਵਾਸਤੇ ਕਹਿਣ ਲੱਗੇ ਫਰੀਦਾ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਾਵਿਓ। ਜੰਗੀਏ, ਜੰਗਾਂ ਲੱਤਾਂ ਨੂੰ ਕਿਹਾ ਜਾਂਦਾ। ਕਹਿਣ ਲੱਗੇ ਇਹਨਾਂ ਲੱਤਾਂ ਦੇ ਨਾਲ, ਜਾਂਘਾਂ ਦੇ ਨਾਲ ਮੈਂ ਥਲ ਤੋਂ ਭਾਵ ਬੜੇ ਬੜੇ ਟਿੱਬਿਆਂ ਦੇ ਉੱਪਰ ਚੜ੍ਹਿਆ, ਪਹਾੜੀਆਂ ਦੇ ਉੱਪਰ ਚੜ੍ਹਿਆ। ਕਦੇ ਟੋਇਆਂ ਦੇ ਵਿੱਚ ਛਾਲਾਂ ਮਾਰੀਆਂ, ਕਦੇ ਟਿੱਬਿਆਂ ਦੇ ਵਿੱਚ ਛਾਲਾਂ ਮਾਰੀਆਂ। ਥਲ ਡੂੰਗਰ ਭਵਿਓ, ਬੜੇ ਮੈਂ ਚੱਕਰ ਲਾਏ ਜਵਾਨੀ ਵਿੱਚ, ਕਦੇ ਥੱਕਦਾ ਨਹੀਂ ਸੀ। ਆਪਾਂ ਦੇਖਦੇ ਹਾਂ ਨਾ ਬੱਚੇ ਦੌੜੇ ਫਿਰਦੇ ਸਾਰਾ ਦਿਨ ਵਿਹੜੇ ਦੇ ਵਿੱਚ, ਗਲੀ ਦੇ ਵਿੱਚ। ਆਮ ਹੀ ਮਾਂ ਬਾਪ ਕਹਿ ਦਿੰਦੇ ਬੈਠ ਜਾਓ, ਥੱਕ ਜਾਓਗੇ। ਬੱਚੇ ਨੂੰ ਕੋਈ ਥਕਾਵਟ ਨਹੀਂ ਹੈ, ਸਾਰਾ ਦਿਨ ਭੱਜਾ ਫਿਰਦਾ। ਪਰ ਜੇ ਉਹਨਾਂ ਭੱਜਣਾ ਕਿਤੇ ਬਜ਼ੁਰਗ ਨੂੰ ਪੈ ਜਾਵੇ, ਉਹਨਾਂ ਚੱਲਣਾ ਕਿਸੇ ਬਜ਼ੁਰਗ ਨੂੰ ਪੈ ਜਾਵੇ, ਉਹ ਥੱਕ ਜਾਏਗਾ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਇੰਨੀ ਨਿੱਕੀ ਜੰਗੀ ਹੈ, ਥਲ ਡੂੰਗਰ ਭਵਿਓ। ਮੈਂ ਇਹਨਾਂ ਲੱਤਾਂ ਦੇ ਨਾਲ ਬੜੀ ਸੈਰ ਕੀਤੀ ਹੈ, ਬੜੇ ਟੋਇਆਂ ਟਿੱਬਿਆਂ ਵਿੱਚ ਛਾਲਾਂ ਮਾਰੀਆਂ। ਪਰ ਹੁਣ ਬਜ਼ੁਰਗ ਹੋ ਗਿਆ, ਬੁੱਢਾ ਹੋ ਗਿਆ। ਆਜ ਫਰੀਦਾ ਕੂਜੜਾ ਸੈ ਕੋਹਾਂ ਥੀਓ। ਜਿਸ ਛੱਪਰ ਦੇ ਵਿੱਚ, ਜਿਸ ਛਣ ਦੇ ਵਿੱਚ ਮੈਂ ਅੱਜ ਪਿਆ ਹੋਇਆ, ਆਪਣੀ ਜ਼ਿੰਦਗੀ ਦੇ ਆਖਰੀ ਪੜਾਅ 'ਤੇ ਪਹੁੰਚਿਆ ਹੋਇਆ ਹਾਂ। ਜਿਸ ਮੰਜੇ 'ਤੇ ਮੈਂ ਪਿਆ, ਮੇਰੇ ਮੰਜੇ ਦੇ ਬਿਲਕੁਲ ਇੱਕ ਕੋਨੇ 'ਤੇ, ਇੱਕ ਸਾਈਡ 'ਤੇ ਪਾਣੀ ਦਾ ਘੜਾ ਪਿਆ ਹੋਇਆ। ਪਰ ਉਸ ਘੜੇ ਵਿੱਚੋਂ ਲੋਟਾ ਪਾਣੀ ਦਾ ਲੈ ਕੇ ਪੀਣਾ, ਬੁੱਕ ਪਾਣੀ ਦਾ ਭਰ ਕੇ ਪੀਣਾ, ਮੈਨੂੰ ਇਸ ਤਰ੍ਹਾਂ ਲੱਗਦਾ ਪਿਆ ਵੀ ਉਹ ਘੜਾ ਮੇਰੇ ਤੋਂ 100 ਕੋਹ ਦੂਰ ਹੈ। ਇੰਨੀ ਮੁਸ਼ਕਲ ਹੋਣੀ ਹੈ ਉਹਦੇ ਵਿੱਚੋਂ ਪਾਣੀ ਪੀਣ ਲੱਗਿਆ। ਕਿੱਥੇ ਜਵਾਨੀ ਦੇ ਵਿੱਚ ਤੇ ਫਿਕਰ ਕੋਈ ਨਹੀਂ, ਪਰਵਾਹ ਕੋਈ ਨਹੀਂ, ਬੜੀਆਂ ਛਾਲਾਂ ਮਾਰੀਆਂ। ਅੱਜ ਪਾਣੀ ਦਾ ਲੋਟਾ ਪੀਣਾ, ਪਾਣੀ ਦਾ ਕੱਪ ਲੈਣਾ, ਤੇ ਉਹ ਵੀ ਬੜਾ ਔਖਾ ਜਾਪਦਾ ਪਿਆ। ਇਹ ਉਹਨਾਂ ਨੇ ਬਜ਼ੁਰਗੀ ਨੂੰ ਵਰਣਨ ਕੀਤਾ ਹੈ। ਤੇ ਸਤਿਗੁਰਾਂ ਦੇ ਭਗਤ ਵੀ ਕਹਿਣ ਲੱਗੇ ਨੈਨੋ ਨੀਰ ਬਹਿ ਤਨ ਖੀਨਾ, ਭੈ ਕੇਸ ਦੁੱਧਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਤਬ ਕਿਆ ਕਰੈ ਪੁਰਾਨੀ। ਇਹ ਵੀ ਤੇ ਉਹਨਾਂ ਨੇ ਸਰੀਰ ਨੂੰ ਕਮਜ਼ੋਰ ਹੋਣ ਦਾ ਹੀ ਇੱਥੇ ਹਵਾਲਾ ਦਿੱਤਾ ਨਾ, ਵੀ ਜਵਾਨੀ ਦੇ ਵਿੱਚ ਕਦੇ ਵੇਖਿਆ ਵੀ ਕਿਸੇ ਦੀ ਅੱਖ ਖਰਾਬ, ਕਿਸੇ ਦੀ ਨਿਗਾਹ ਘਟੀ, ਬੜੀ ਦੂਰ ਤੱਕ ਦੇਖ ਲੈਂਦਾ, ਬੜੀ ਨਿਗਾਹ ਕਮਜ਼ੋਰ ਹੈ, ਪਰਵਾਹ ਨਹੀਂ ਕਰਦਾ। ਬਜ਼ੁਰਗ ਹੋ ਗਿਆ, ਨੈਨੋ ਨੀਰ ਬਹਿ, ਪਾਣੀ ਅੱਖਾਂ 'ਚੋਂ ਵਗਣਾ ਸੁਭਾਵਿਕ ਹੀ ਹੈ ਬਜ਼ੁਰਗ ਬੰਦੇ ਦੇ। ਕਦੇ ਉਹ ਲੈਂਜ ਪਵਾਉਣ ਜਾਂਦਾ, ਕਦੇ ਆਪਰੇਸ਼ਨ ਕਰਾਉਣ ਜਾਂਦਾ, ਕਦੇ ਮੋਤੀਆ ਉਤਰ ਆਉਂਦਾ ਹੈ। ਬਜ਼ੁਰਗ ਹੋ ਗਿਆ ਅਤੇ ਨਾਲ ਬਿਮਾਰੀਆਂ ਆ ਗਈਆਂ। ਨੈਨੋ ਨੀਰ ਬਹਿ, ਅੱਖਾਂ ਦੀ ਹਾਲਤ ਇਹ ਬਣ ਗਈ, ਜਿਹੜੀਆਂ ਦੂਰੋਂ ਪਛਾਣ ਲੈਂਦੀਆਂ ਸੀ ਅੱਜ ਮੂੰਹ ਵਿੱਚ ਬੁਰਕੀ ਪਾਉਣ ਤੋਂ ਅਸਮਰੱਥ ਹੋ ਗਈਆਂ। ਸਾਹਮਣੇ ਪਈ ਕੌਲੀ ਸਬਜ਼ੀ ਥਾਲੀ ਦਿਸਦੀ ਨਹੀਂ ਹੈ, ਅੱਖਾਂ ਵਿੱਚੋਂ ਪਾਣੀ ਵਗ ਵਗ ਕੇ ਖਰਾਬ ਹੋ ਗਈਆਂ। ਨੈਨੋ ਨੀਰ ਬਹਿ ਤਨ ਖੀਨਾ, ਸਰੀਰ ਜਿਹੜਾ ਸੀਗਾ ਉਹ ਵੀ ਖੀਨ ਹੋ ਗਿਆ, ਜ਼ੋਰ ਰਹਿ ਨਹੀਂ ਗਿਆ, ਤਾਕਤ ਰਹਿ ਨਹੀਂ ਗਈ ਹੈ। ਕਿੱਥੇ ਮਨ ਦੋ ਮਨ ਭਾਰ ਚੁੱਕ ਲੈਂਦਾ ਸੀ, ਕਿੱਥੇ ਅੱਜ ਆਪਣੇ ਸਰੀਰ ਦਾ ਭਾਰ ਚੁੱਕ ਕੇ ਤੁਰਨਾ ਔਖਾ ਹੋ ਗਿਆ।
ਗੋਡੇ ਦਰਦ ਕਰਦੇ ਨੇ, ਮੋਢੇ ਦਰਦ ਕਰਦੇ ਨੇ, ਨਹੀਂ ਆਪਣੇ ਸਰੀਰ ਦਾ ਭਾਰ ਨਹੀਂ ਚੁੱਕਿਆ ਜਾਂਦਾ। ਤਨ ਖੀਨਾ ਭੈ ਕੇਸ ਦੁੱਧਵਾਨੀ। ਤੇ ਬਜ਼ੁਰਗ ਹੋਣ ਦਾ ਤੀਸਰਾ ਲੱਛਣ, ਕੇਸ ਜਿਹੜੇ ਸਨ ਦੁੱਧ ਵਰਗੇ ਚਿੱਟੇ ਹੋ ਗਏ। ਰੂਦਾ ਕੰਠ, ਹੁਣ ਗਲਾ ਵੀ ਰੁਕ ਗਿਆ। ਕਦੇ ਜਵਾਨੀ ਵਿੱਚ ਬੜੀਆਂ ਹੇਕਾਂ ਲਾ ਲਾ ਕੇ ਗਾਉਂਦਾ, ਪਰ ਅੱਜ ਬਜ਼ੁਰਗ ਹੋਣ ਕਰਕੇ ਹੁਣ ਗਾਇਆ ਨਹੀਂ ਜਾਂਦਾ। ਗਲਾ ਵੀ ਸਾਥ ਛੱਡ ਗਿਆ, ਹਿੰਮਤ ਵੀ ਸਾਥ ਛੱਡ ਗਈ ਹੈ। ਹੁਣ ਇਹ ਬੰਦਾ ਕੀ ਕਰੇਗਾ? ਰਾਮ ਰਾਏ ਹੋਏ ਵੈਦ ਬਨਵਾਰੀ। ਜੇ ਤੇ ਰਾਮ ਦੇ ਨਾਮ ਨੂੰ ਜਪਿਆ ਹੁੰਦਾ ਤੇ ਹੋ ਸਕਦਾ ਜਨਮ ਸਫਲਾ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਹੋ ਸਰੀਰ ਜਜਰੀ ਹੈ। ਇਹ ਸਰੀਰ ਤੇਰਾ ਜਜਰੀ ਕਹੀਏ ਕਮਜ਼ੋਰ ਹੋ ਗਿਆ ਭਾਈ। ਜਵਾਨੀ ਵਾਲੀ ਗੱਲ ਨਹੀਂ ਹੋ ਰਹਿ ਗਈ। ਜਜਰੀ ਕਹੀਏ ਪੁਰਾਣਾ ਹੋ ਗਿਆ ਹੈ, ਇਹ ਅੱਜ ਦਾ ਨਹੀਂ ਹੈ। ਪੁਰਾਣੀ ਚੀਜ਼ ਜਿਹੜੀ ਉਹ ਨਵੀਂ ਦਾ ਮੁਕਾਬਲਾ ਕਿਵੇਂ ਕਰੇਗੀ? ਅਸੀਂ ਪੁਰਾਣਾ ਕੋਈ ਵੀ ਸੰਦ ਚਲਾਉਂਦੇ ਹਾਂ, ਕੋਈ ਮਸ਼ੀਨਰੀ ਚਲਾਉਂਦੇ ਹਾਂ, ਉਹਨੂੰ ਸੰਭਾਲ ਕੇ ਚਲਾਇਆ ਜਾਂਦਾ। ਸਿਆਣਾ ਵਿਅਕਤੀ ਕਹਿ ਵੀ ਦਿੰਦਾ ਪੁਰਾਣੀ ਚੀਜ਼ ਹੈ, ਥੋੜ੍ਹੀ ਜਿਹੀ ਸੰਭਾਲ ਕੇ ਚਲਾਇਓ, ਨਵੀਂ ਵਰਗੀ ਹੁਣ ਗੱਲ ਨਹੀਂ ਬਣੇਗੀ। ਸਤਿਗੁਰੂ ਪਾਤਸ਼ਾਹ ਕਹਿੰਦੇ ਸਰੀਰ ਵੀ ਤੇ ਇੱਕ ਮਸ਼ੀਨਰੀ ਹੈ ਨਾ। ਜਵਾਨੀ ਵਾਲੀ ਹੁਣ ਗੱਲ ਬੁਢੇਪੇ ਵਿੱਚ ਨਹੀਂ ਹੋ ਬਣਨੀ ਹੈ। ਮੈਂ ਜ਼ੋਰ ਲਾ ਕੇ ਆਪਣੇ ਸਰੀਰ ਦਾ ਕੋਈ ਨੁਕਸਾਨ ਨਾ ਕਰਵਾ ਲਈ। ਜਜਰੀ ਹੈ, ਕਮਜ਼ੋਰ ਹੋ ਗਿਆ, ਕ੍ਰਿਸ਼ ਹੋ ਗਿਆ, ਇਕੱਠਾ ਹੋ ਗਿਆ। ਕਿਉਂ ਹੋ ਗਿਆ? ਇਸ ਨੂੰ ਜਰ ਪਹੁੰਚੇ ਆਏ। ਜਰ ਨਾਮ ਬੁਢੇਪੇ ਦਾ, ਬੁਢੇਪਾ ਆ ਗਿਆ ਤੇਰੇ ਤੇ ਭਾਈ ਪਿਆਰਿਆ, ਤਾਂ ਹੀ ਤੇਰਾ ਸਰੀਰ ਇੰਨਾ ਕਮਜ਼ੋਰ ਹੋਇਆ ਹੈ। ਗੁਰ ਰਾਖੇ ਸੇ ਉਬਰੇ ਹੋਰ ਮਰ ਜਮੈ ਆਵੇ ਜਾਏ। ਜਿਨ੍ਹਾਂ ਨੂੰ ਗੁਰੂ ਨੇ ਰੱਖ ਲਿਆ ਹੈ ਹੱਥ ਦੇ ਕੇ, ਉਹਨਾਂ ਨੂੰ ਜਵਾਨੀ ਦਾ ਫਿਕਰ ਨਹੀਂ, ਉਹਨਾਂ ਨੂੰ ਬੁਢੇਪੇ ਦਾ ਵੀ ਕੋਈ ਫਿਕਰ ਨਹੀਂ ਹੈ। ਉਹ ਬੁੱਢੇ ਹੋਏ ਵੀ ਨਾਮ ਜਪਦੇ ਪਏ। ਉਹ ਬਜ਼ੁਰਗੀ ਦੇ ਵਿੱਚ ਵੀ ਹੱਥ ਵਿੱਚ ਮਾਲਾ, ਜਿਨ੍ਹਾਂ ਨੇ ਜਵਾਨੀ ਵਿੱਚ ਜਪਿਆ, ਜਿਨ੍ਹਾਂ ਨੇ ਬਚਪਨ ਵਿੱਚ ਜਪਿਆ ਹੈ, ਉਹ ਬਜ਼ੁਰਗ ਹੋ ਕੇ ਬੁੱਢੇ ਹੋ ਕੇ ਵੀ ਜਪਦੇ ਰਹਿਣਗੇ। ਪਰ ਜਿਨ੍ਹਾਂ ਨੇ ਜਵਾਨੀ ਵਿੱਚ ਨਹੀਂ ਨਾ ਉਹਨੂੰ ਧਿਆਇਆ, ਉਹਨਾਂ ਵਾਸਤੇ ਫਿਰ ਪਿਛਲੀ ਉਮਰ ਵਿੱਚ ਵੀ ਧਿਆਉਣਾ ਔਖਾ ਹੈ। ਸਤਿਗੁਰੂ ਬਖਸ਼ਿਸ਼ ਕਰਦੇ, ਗੁਰੂ ਰਾਖੇ ਸੇ ਉਭਰੇ। ਜਿਨ੍ਹਾਂ ਨੂੰ ਗੁਰੂ ਨੇ ਰੱਖਿਆ ਹੱਥ ਦੇ ਕੇ, ਉਹ ਬਚ ਗਏ ਨੇ। ਤੇ ਪਾਤਸ਼ਾਹ ਕਹਿਣ ਲੱਗੇ, ਉਹਨਾਂ ਤੋਂ ਬਿਨਾਂ ਬਾਕੀ ਦੁਨੀਆ ਦੇ ਲੋਕ ਮਰ ਜੰਮੈ ਆਵੇ ਜਾਏ। ਕਦੇ ਮਰਦੇ, ਕਦੇ ਜੰਮਦੇ, ਕਦੇ ਦੁਨੀਆ 'ਤੇ ਜਨਮ ਲੈ ਕੇ ਆਉਂਦੇ, ਕਦੇ ਅਰਥੀ ਦੇ ਉੱਪਰ ਚੜ੍ਹ ਕੇ ਸਿਵਿਆਂ ਨੂੰ ਤੁਰੇ ਜਾਂਦੇ। ਗੁਰੂ ਨੇ ਜਿਨ੍ਹਾਂ ਨੂੰ ਨਹੀਂ ਰੱਖਿਆ, ਉਹ ਵਾਰ-ਵਾਰ ਜੰਮਦੇ ਤੇ ਮਰਦੇ, ਵਾਰ-ਵਾਰ ਜਨਮਾਂ ਵਿੱਚ ਆਉਂਦੇ ਹਨ। ਮਰ ਜੰਮੇ ਆਵੇ ਜਾਏ, ਅੰਤ ਗਏ ਪਛਤਾਵੇ, ਬਿਨ ਆਵੇ ਸੁਖ ਨਾ ਹੋਈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਗੁਰੂ ਬਖਸ਼ਿਸ਼ ਤੋਂ ਬਿਨਾਂ ਹੋਰ ਮਰ ਜੰਮੇ। ਹੋਰ ਜਿਹੜੇ ਦੁਨੀਆ ਦੇ ਲੋਕ ਨੇ ਨਾ, ਜਿਹੜੇ ਕਹਿੰਦੇ ਵੀ ਸਾਨੂੰ ਗੁਰੂ ਦੀ ਗੱਲ ਸੁਣਨੀ ਨਹੀਂ ਚੰਗੀ ਲੱਗਦੀ ਹੈ, ਪਾਤਸ਼ਾਹ ਕਹਿਣ ਲੱਗੇ ਐਸੇ ਜਿਹੜੇ ਲੋਕ ਨੇ ਮਰ ਜੰਮੈ, ਮਰ ਕੇ ਫਿਰ ਜੰਮਦੇ ਨੇ, ਆਵੇ ਜਾਏ, ਵਾਰ-ਵਾਰ ਜਨਮਾਂ ਵਿੱਚ ਆਉਂਦੇ। ਅੰਤ ਗਏ ਪਛਤਾਏ, ਅੰਤ ਵੇਲੇ ਪਛਤਾਉਂਦੇ ਜਾਣਗੇ, ਪਛਤਾਤਾਪ ਕਰਦੇ ਜਾਣਗੇ। ਕਿਉਂ? ਕਿਉਂਕਿ ਜ਼ਿੰਦਗੀ ਵਿੱਚ ਕੰਮ ਕੋਈ ਚੰਗਾ ਕੀਤਾ ਨਹੀਂ ਹੈ, ਹੁਣ ਮਾੜੇ ਕੰਮਾਂ ਦਾ ਪਛਤਾਵਾ ਲੱਗ ਗਿਆ। ਜਵਾਨੀ ਵਿੱਚ ਆਖਿਆ ਸਾਨੂੰ ਕੋਈ ਪਰਵਾਹ ਨਹੀਂ ਹੈ, ਸਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ, ਪਾਪ ਤੇ ਕੀਤੇ, ਪਰ ਉਹਨਾਂ ਪਾਪਾਂ ਦਾ ਫਲ ਵੀ ਤੇ ਭੋਗਣਾ ਨਾ। ਇੱਥੇ ਫਿਰ ਰੁਲਦਾ ਹੈ ਬੰਦਾ, ਨਾ ਬੱਚੇ ਸਾਂਭਦੇ, ਨਾ ਆਪਣੀ ਹਾਲਤ ਹੈ ਵੀ ਆਪਣੇ ਆਪ ਨੂੰ ਸਾਂਭ ਲਵਾਂ। ਗੁਰੂ ਮਹਾਰਾਜ ਕਹਿਣ ਲੱਗੇ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈ ਹੈ। ਉਹ ਕੰਮ ਕਿਉਂ ਕੀਤਾ ਜਵਾਨੀ ਦੇ ਵਿੱਚ, ਜਿਹਦੇ ਵਾਸਤੇ ਮੁੜ ਕੇ ਪਛਤਾਉਣਾ ਪਿਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਿਨ ਨਾਵੈ ਸੁਖ ਨਾ ਹੋਈ। ਨਾਮ ਤੋਂ ਬਿਨਾਂ ਸੁਖ ਨਹੀਂ ਜੇ ਮਿਲਦਾ। ਇੱਕ ਸਮਾਂ ਸੀ ਨਾ ਜਦੋਂ ਔਰੰਗਜ਼ੇਬ ਬਾਦਸ਼ਾਹ ਵੱਡੇ ਵੱਡੇ ਸੰਤਾਂ ਨੂੰ, ਸਾਧੂਆਂ ਨੂੰ ਕਤਲ ਕਰਵਾ ਦਿੰਦਾ। ਆਪਣੇ ਭਰਾਵਾਂ ਨੂੰ ਹਾਥੀਆਂ ਦੇ ਪੈਰਾਂ ਥੱਲੇ ਦੇ ਦੇ ਕੇ ਮਰਵਾਇਆ। ਆਪਣੇ ਸਕੇ ਭਰਾ ਨੂੰ ਔਰੰਗਜ਼ੇਬ ਨੇ ਅੱਖਾਂ ਵਿੱਚ ਸਲਾਈਆਂ ਮਰਵਾ ਕੇ, ਅੰਨ੍ਹਿਆਂ ਕਰਕੇ, ਹਾਥੀਆਂ ਦੇ ਪੈਰਾਂ ਥੱਲੇ ਕੁਚਲ ਕੁਚਲ ਕੇ ਉਹਨਾਂ ਨੂੰ ਮਰਵਾਇਆ। ਉਦੋਂ ਕੋਈ ਪਰਵਾਹ ਨਹੀਂ, ਜਵਾਨੀ ਦਾ ਜੋਸ਼ ਹੈ। ਪਤਾ ਨਹੀਂ ਕਿੰਨੇ ਕੁ ਸਾਧੂ ਸੰਤ ਕਤਲ ਕਰਵਾਏ, ਕਿੰਨੇ ਕੁ ਅਨਾਥ ਕੀਤੇ, ਕਿੰਨੇ ਕੁ ਯਤੀਮ ਕੀਤੇ। ਪਰ ਜਦੋਂ ਰੰਗੇ ਦਾ ਅੰਤ ਸਮਾਂ ਆਇਆ, ਇੰਨੀ ਭਿਆਨਕ ਮੌਤ ਵਿਦਵਾਨ ਕਹਿੰਦੇ ਇਹਨੂੰ ਪ੍ਰਾਪਤ ਹੋਈ ਵੀ ਰੋਂਦਾ ਹੈ, ਮੂੰਹੋਂ ਮੰਗਦਾ ਪਿਆ ਮੌਤ ਆ ਜਾਵੇ, ਮੌਤ ਆ ਜਾਵੇ। ਮੌਤ ਨਹੀਂ ਆਉਂਦੀ, ਹੁਣ ਪਛਤਾਉਂਦਾ ਹੈ ਕੀਤੇ ਕਰਮਾਂ ਦੇ ਉੱਪਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਜਵਾਨੀ ਦੇ ਜ਼ੋਰ ਵਿੱਚ ਕਰਮ ਕਰਦਾ ਤੇ ਪ੍ਰਵਾਹ ਨਹੀਂ ਕਰਦਾ, ਪਰ ਜਦੋਂ ਫਲ ਭੋਗਣਾ ਉਦੋਂ ਰੋਂਦਾ।
ਤੇ ਸਤਿਗੁਰੂ ਬਖਸ਼ਿਸ਼ ਕਰਦੇ, ਬਿਨ ਨਾਵੈ ਸੁਖ ਨਾ ਹੋਈ ਬੰਦਿਆ। ਨਾਮ ਜਪੇ ਬਿਨਾ ਨਾ ਕਿਸੇ ਨੂੰ ਸੁਖ ਪਹਿਲਾਂ ਮਿਲਿਆ, ਨਾ ਕਿਸੇ ਨੂੰ ਆਉਣ ਵਾਲੇ ਸਮੇਂ ਵਿੱਚ ਮਿਲਣਾ ਹੈ। ਜੈਸੇ ਕਮਾਵੈ ਸੋ ਫਲ ਪਾਵੈ, ਮਨ ਮੁਖ ਹੈ ਪਤ ਕੋਈ। ਜਿਹੜੇ ਕਰਮ ਤੂੰ ਇੱਥੇ ਕਮਾਏ ਨੇ, ਜਿਹੜੇ ਤੂੰ ਰੋਜ਼ ਕੰਮ ਕਰਦਾ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ, ਜਿਹੜੇ ਕਰਮ ਤੂੰ ਕਮਾਉਂਦਾ ਪਿਆ, ਉਹਨਾਂ ਕਰਮਾਂ ਦਾ ਫਲ ਤੈਨੂੰ ਅੱਗੇ ਜਾ ਕੇ ਪਾਉਣਾ ਪੈਣਾ ਹੈ। ਇਹ ਮਤਾ ਸੋਚ ਵੀ ਮੇਰੇ ਕਰਮ ਦਾ ਮੈਨੂੰ ਫਲ ਨਹੀਂ ਮਿਲੇਗਾ। ਕਰਮਾਂ ਦਾ ਫਲ ਤੇ ਇਹੋ ਜਿਹਾ ਹੈ, ਵੱਡੇ ਵੱਡੇ ਪੈਗੰਬਰਾਂ ਨੂੰ, ਵੱਡੇ ਵੱਡੇ ਦੇਵਤਿਆਂ ਨੂੰ, ਵੱਡੇ ਵੱਡੇ ਰਿਸ਼ੀਆਂ ਮੁਨੀਆਂ ਨੂੰ ਆਪਣੇ ਕਰਮ ਦਾ ਫਲ ਭੋਗਣਾ ਪਿਆ। ਕਹਿਣ ਲੱਗੇ, ਇੱਕ ਨਾਰਦ ਮੁਨੀ ਨਾਮ ਦਾ ਇੱਕ ਰਿਸ਼ੀ ਹੈ, ਇੱਕ ਦੇਵਤਾ, ਬੜਾ ਲੰਮਾ ਸਮਾਂ ਤਪ ਕੀਤਾ। ਤਪ ਕਰਕੇ ਤੇ ਆਪਣੇ ਆਪ ਨੂੰ ਕਾਮ ਤੋਂ ਜੇਤੂ ਮੰਨ ਲਿਆ ਵੀ ਮੈਂ ਕਾਮ ਤੋਂ ਜਿੱਤਿਆ ਹੋਇਆ, ਮੈਂ ਕਾਮ ਨੂੰ ਜਿੱਤ ਲਿਆ। ਬੜਾ ਖੁਸ਼ ਹੋਇਆ। ਬੜੀ ਲੰਮੀ ਸਾਖੀ ਹੈ। ਹੁਣ ਆਪਣੀ ਖੁਸ਼ੀ ਦੂਜਿਆਂ ਦੇ ਨਾਲ ਸਾਂਝੀ ਕਰਦਾ, ਕਿਉਂਕਿ ਖੁਸ਼ੀ ਦੇ ਤਾਂ ਹੀ ਹੈ ਨਾ ਜੇ ਦੂਜਿਆਂ ਨਾਲ ਸਾਂਝੀ ਕੀਤੀ ਜਾਵੇ, ਦੂਜਿਆਂ ਨੂੰ ਦੱਸਿਆ ਜਾਵੇ। ਜੇ ਦੱਸਿਆ ਹੀ ਨਹੀਂ ਗਿਆ ਤੇ ਖੁਸ਼ੀ ਕਿਵੇਂ ਸਾਂਝੀ ਕਰੇਗਾ। ਇੱਕ ਦੇਵਤੇ ਕੋਲ ਜਾਂਦਾ ਹੈ, ਜਾ ਕੇ ਦੱਸਦਾ, ਕਹਿਣ ਲੱਗਾ ਜੀ ਮੈਂ ਕਾਮ ਨੂੰ ਜਿੱਤ ਲਿਆ ਹੈ। ਉਹ ਦੇਵਤੇ ਨੇ ਆਖਿਆ ਸ਼ਾਬਾਸ਼ ਤੇਰੇ, ਚੰਗੀ ਗੱਲ ਹੈ, ਜਿੱਤ ਲਿਆ, ਬੜਾ ਚੰਗਾ ਹੋਇਆ। ਪਰ ਇਹਨਾਂ ਹੁਣ ਪ੍ਰਚਾਰ ਨਾ ਕਰ, ਇਹਨਾਂ ਦੁਨੀਆ ਨੂੰ ਦੱਸ ਨਾ, ਗੁਪਤ ਹੋ ਜਾ। ਮਨ ਵਿੱਚ ਸੋਚਦਾ ਰਿਖੀ ਵੀ ਇਹਨੂੰ ਮੇਰੀ ਇਸ ਜਿੱਤ ਦਾ ਪ੍ਰਸੰਨਤਾ ਨਹੀਂ ਹੋਈ, ਖੁਸ਼ੀ ਨਹੀਂ ਹੋਈ। ਮੈਂ ਕਾਮ ਨੂੰ ਜਿੱਤਿਆ, ਇਹ ਖੁਸ਼ ਨਹੀਂ ਹੋਇਆ। ਦੂਜੇ ਕੋਲ ਚਲਾ ਗਿਆ, ਤੀਜੇ ਕੋਲ ਚਲਾ ਗਿਆ, ਚੌਥੇ ਕੋਲ ਚਲਾ ਗਿਆ, ਸਾਰਿਆਂ ਨੂੰ ਜਾ ਜਾ ਕੇ ਦੱਸਦਾ। ਇੱਥੋਂ ਤੱਕ ਕਿ ਕਹਿੰਦੇ ਭਗਵਾਨ ਵਿਸ਼ਨੂੰ ਕੋਲ ਵੀ ਚਲਾ ਗਿਆ, ਜਾ ਕੇ ਕਹਿਣ ਲੱਗਾ ਮੈਂ ਜਿੱਤ ਲਿਆ ਕਾਮ ਨੂੰ। ਉਹਨਾਂ ਨੇ ਆਖਿਆ ਬੜਾ ਚੰਗਾ ਹੋਇਆ, ਹੁਣ ਪਰਖ ਕਰੀਏ। ਜਿਹੜਾ ਕਹਿੰਦਾ ਮੈਂ ਜਿੱਤਿਆ ਹਾਂ, ਇਹਦੀ ਪਰਖ ਤੇ ਕਰੀਏ ਨਾ ਵੀ ਵਾਕਿਆ ਹੀ ਜਿੱਤਿਆ ਕਿ ਗੱਲਾਂ ਹੀ ਨੇ। ਹੁਣ ਇੱਕ ਬੱਚਾ ਕਹਿੰਦਾ ਨਾ ਆਪਣੇ ਟੀਚਰ ਨੂੰ, ਮੈਂ ਤੇ ਬਹੁਤ ਪੜ੍ਹਦਾ ਜੀ, ਮੈਂ ਤੇ ਟਿਊਸ਼ਨ ਰੱਖੀ ਹੋਈ ਹੈ, ਮੈਂ ਤੇ ਦਿਨੇ ਰਾਤ ਕਿਤਾਬਾਂ ਦੇ ਵਿੱਚ ਵੜਿਆ ਰਹਿੰਦਾ। ਪਰ ਪਤਾ ਤੇ ਉਦੋਂ ਲੱਗੇਗਾ ਨਾ ਜਦੋਂ ਪੇਪਰ ਦੇ ਵਿੱਚ ਕੀ ਲਿਖ ਕੇ ਆਇਆ, ਕਿੰਨੇ ਨੰਬਰ ਆਏ ਨੇ। ਭਗਵਾਨ ਜੀ ਸੋਚਣ ਲੱਗੇ, ਕਹਿੰਦਾ ਤੇ ਪਿਆ ਵੀ ਜਿੱਤਿਆ ਦੀ ਪਰਖ ਕਰੀਏ, ਜਿੱਤਿਆ ਵੀ ਹੈ ਕਿ ਨਹੀਂ। ਉਹਨਾਂ ਨੇ ਆਪਣੀ ਮਾਇਆ ਦੇ ਨਾਲ ਇੱਕ ਨਗਰੀ ਬਣਾ ਦਿੱਤੀ, ਨਗਰੀ ਦਾ ਇੱਕ ਰਾਜਾ ਵੀ ਬਣਾ ਦਿੱਤਾ, ਰਾਜੇ ਦੀ ਫੌਜ ਵੀ ਪੈਦਾ ਕਰ ਦਿੱਤੀ, ਰਾਜੇ ਦੇ ਘਰ ਵਿੱਚ ਇੱਕ ਸੋਹਣੀ ਲੜਕੀ ਪੈਦਾ ਕਰ ਦਿੱਤੀ ਤੇ ਉਸ ਲੜਕੀ ਦਾ ਕਰਮ ਇਸ ਤਰ੍ਹਾਂ ਦਾ ਬਣਾ ਦਿੱਤਾ ਵੀ ਇਹਦਾ ਵਿਆਹ ਹਰੀ ਦੇ ਨਾਲ ਹੋਵੇਗਾ। ਹੈ ਸਭ ਕੁਝ ਮਾਇਆ, ਹੈ ਕੁਝ ਨਹੀਂ ਹੈ, ਕੇਵਲ ਬਣਾਇਆ ਗਿਆ ਵਿਖਾਉਣ ਵਾਸਤੇ। ਜਦੋਂ ਨਾਰਦ ਜੀ ਕਿਤੇ ਪਹੁੰਚੇ ਨਾ ਉਸ ਇਲਾਕੇ ਵਿੱਚ, ਵੇਖਦੇ ਰਾਜੇ ਦਾ ਰਾਜ ਬੜਾ ਚੰਗਾ, ਪਰਿਵਾਰ ਬੜਾ ਚੰਗਾ, ਇਹਦੀ ਪੁੱਤਰੀ ਇਹਦੀ ਧੀ ਬੜੀ ਸੋਹਣੀ ਹੈ। ਉਹਦਾ ਕਰਮ ਵੇਖਿਆ ਵੀ ਇਹਦਾ ਤੇ ਹਰੀ ਨਾਲ ਵਿਆਹ ਹੋਣਾ, ਤੇ ਸੋਚਿਆ ਮਨ ਦੇ ਵਿੱਚ ਵੀ ਮੈਂ ਜਾ ਕੇ ਰੱਬ ਦੇ ਕੋਲੋਂ ਇਹ ਮੰਗਦਾ ਆ ਵੀ ਤੈਨੂੰ ਕੀ ਲੋੜ ਹੈ, ਮੈਨੂੰ ਵਿਆਹ ਕਰਵਾ ਲੈਂਦੇ, ਮੈਨੂੰ ਹਰੀ ਦਾ ਰੂਪ ਦੇ ਦਿਓ। ਜਿੱਥੋਂ ਚੱਲ ਕੇ ਆਇਆ ਸੀ ਨਾ, ਸੁਣਿਆ ਦੇ ਕੇ ਦੱਸ ਕੇ ਆਇਆ ਸੀ ਵੀ ਮੈਂ ਕਾਮ ਨੂੰ ਜਿੱਤਿਆ, ਉਸੇ ਭਗਵਾਨ ਦੇ ਕੋਲ, ਉਸੇ ਇਸ਼ਟ ਦੇ ਕੋਲ ਜਾ ਕੇ ਫਿਰ ਹਰੀ ਦਾ ਸਰੂਪ ਮੰਗਿਆ, ਮੈਨੂੰ ਹਰੀ ਦਾ ਸਰੂਪ ਦੇ ਦਿਓ। ਉਹਨਾਂ ਨੇ ਖੁਸ਼ ਹੋ ਕੇ ਬਚਨ ਕਰ ਦਿੱਤਾ, ਕਹਿਣ ਲੱਗੇ ਠੀਕ ਹੈ, ਤੇਰਾ ਰੂਪ ਹਰੀ ਵਰਗਾ ਹੋ ਜਾਵੇਗਾ। ਹੁਣ ਹਰੀ ਤੇ ਬਾਂਦਰ ਨੂੰ ਵੀ ਆਖਿਆ ਜਾਂਦਾ ਤੇ ਹਰੀ ਭਗਵਾਨ ਨੂੰ ਵੀ ਆਖਿਆ ਜਾਂਦਾ। ਕਹਿਣ ਲੱਗੇ ਜਦੋਂ ਉਹ ਸਭਾ ਦੇ ਵਿੱਚ ਦੁਬਾਰਾ ਆਇਆ ਨਾ ਵਿਆਹ ਕਰਾਉਣ ਵਾਸਤੇ, ਗਲ ਵਿੱਚ ਵਰਮਾਲਾ ਪਵਾਉਣ ਵਾਸਤੇ, ਤੇ ਮੂੰਹ ਬਾਂਦਰ ਵਰਗਾ ਦਿਸਿਆ ਨਹੀਂ, ਵੇਖਿਆ ਨਹੀਂ। ਉੱਥੇ ਸਾਰੇ ਲੋਕਾਂ ਨੇ ਮਖੌਲ ਕੀਤਾ, ਕਹਿਣ ਲੱਗੇ ਸ਼ਕਲ ਤੇ ਬਾਂਦਰਾਂ ਵਰਗੀ ਲੱਗਦੀ ਹੈ, ਕੰਮ ਵੀ ਬਾਂਦਰਾਂ ਵਰਗੇ। ਜਦੋਂ ਇਹ ਗੱਲ ਸੁਣੀ ਫਿਰ ਆਪਣਾ ਚਿਹਰਾ ਵੇਖਿਆ ਪਾਣੀ ਦੇ ਵਿੱਚ ਜਾ ਕੇ, ਤਲਾਬ ਦੇ ਵਿੱਚ ਆਪਣੇ ਆਪ ਨੂੰ ਵੇਖਿਆ। ਉਦੋਂ ਸੀਸੇ ਨਹੀਂ ਸਨ ਅੱਜ ਵਾਂਗ ਵੇਖਣ ਵਾਸਤੇ। ਫਿਰ ਬੜਾ ਗੁੱਸਾ ਆਇਆ, ਇੰਨੇ ਬੰਦਿਆਂ ਵਿੱਚ ਮੇਰੀ ਬੇਇੱਜ਼ਤੀ ਕਰਾਈ ਹੈ, ਮੇਰੀ ਨਰਾਦਰੀ ਕਰਾਈ, ਇੰਨੇ ਲੋਕਾਂ ਨੇ ਮੈਨੂੰ ਮਖੌਲ ਕੀਤਾ। ਥੋੜਾ ਸਮਾਂ ਪਹਿਲਾਂ ਮਾਣ ਮਿਲਿਆ ਸੀ, ਇੱਜ਼ਤ ਮਿਲੀ ਸੀ, ਵਡਿਆਈ ਮਿਲੀ ਸੀ, ਜੈ ਜੈਕਾਰ, ਤੇ ਅੱਜ ਉਹਦੇ ਉਲਟ ਲੋਕ ਲਾਹਣਤਾਂ ਪਾ ਰਹੇ ਨੇ, ਲੋਕ ਮਾੜਾ ਕਹਿ ਰਹੇ ਨੇ, ਗਾਲਾਂ ਦੇ ਰਹੇ ਨੇ। ਤੇ ਫਿਰ ਜਾ ਕੇ ਆਖਿਆ, ਕਹਿਣ ਲੱਗੇ ਤੁਸੀਂ ਮੈਨੂੰ ਬਾਂਦਰ ਦਾ ਮੂੰਹ ਲਵਾ ਕੇ ਦੇ ਕੇ ਮੇਰੀ ਨਰਾਦਰੀ ਕਰਾਈ ਹੈ, ਮੇਰਾ ਵਿਛੋੜਾ ਪਾਇਆ, ਇਸ ਕਰਮ ਦਾ ਫਲ ਤੁਹਾਨੂੰ ਭੋਗਣਾ ਪੈਣਾ। ਤੁਹਾਡਾ ਵੀ ਆਪਣੇ ਪਰਿਵਾਰ ਦੇ ਨਾਲੋਂ, ਪਤਨੀ ਦੇ ਨਾਲੋਂ ਵਿਛੋੜਾ ਪਵੇਗਾ।
ਤੇ ਜਿਨ੍ਹਾਂ ਬਾਂਦਰਾਂ ਦੇ ਕਰਕੇ ਮੇਰਾ ਮਖੌਲ ਬਣਾਇਆ ਗਿਆ, ਉਹਨਾਂ ਬਾਂਦਰਾਂ ਦੇ ਕਰਕੇ ਹੀ ਤੁਹਾਡੀ ਘਰਵਾਲੀ ਤੁਹਾਨੂੰ ਮਿਲੇਗੀ। ਤੇ ਕਹਿਣ ਲੱਗੇ ਇਸੇ ਤਰ੍ਹਾਂ ਹੀ ਹੋਇਆ, ਜਿਹੜਾ ਕਰਮ ਕੀਤਾ ਸੀ ਨਾ, ਦੇਵਤੇ ਨੂੰ ਵੀ ਉਹ ਕਰਮ ਭੋਗਣਾ ਪਿਆ। ਫਿਰ ਰਾਮਚੰਦਰ ਦੇ ਰੂਪ ਦੇ ਵਿੱਚ ਆਏ, ਸੀਤਾ ਨੂੰ ਰਾਵਣ ਨੇ ਚੁੱਕਿਆ, ਵਿਛੋੜਾ ਪੈ ਗਿਆ ਨਾ। ਤੇ ਫਿਰ ਬਾਂਦਰਾਂ ਦੀ ਮਦਦ ਦੇ ਨਾਲ ਹਨੂਮਾਨ ਵਰਗੇ, ਸੁਗਰੀਵ ਵਰਗੇ, ਉਹਨਾਂ ਦੀ ਮਦਦ ਦੇ ਨਾਲ ਫਿਰ ਜਾ ਕੇ ਲੰਕਾ ਨੂੰ ਜਿੱਤਿਆ, ਫਿਰ ਜਾ ਕੇ ਸੀਤਾ ਨੂੰ ਪ੍ਰਾਪਤ ਕੀਤਾ। ਬਚਨ ਇਹ ਹੈ, ਬੰਦਾ ਜਿਹੜਾ ਕਰਮ ਕਰਦਾ ਹੈ ਉਸ ਕਰਮ ਦਾ ਫਲ ਉਹਨੂੰ ਭੋਗਣਾ ਪੈਂਦਾ। ਇਹ ਸਾਖੀ ਇਸ ਗੱਲ ਦਾ ਵਰਣਨ ਕਰਦੀ ਹੈ ਵੀ ਏਡਾ ਵੱਡਾ ਦੁਨੀਆ ਦਾ ਦੇਵਤਾ ਜਿਸ ਨੂੰ ਵਿਸ਼ਨੂੰ ਆਖਿਆ ਜਾਂਦਾ ਹੈ, ਉਸ ਦੇ ਅਵਤਾਰ ਰਾਮਚੰਦਰ ਜੀ ਹੋਏ, ਪਰ ਕੀਤੇ ਹੋਏ ਕਰਮ ਦੇ ਫਲ ਨੂੰ ਉਹ ਵੀ ਭੋਗਦੇ ਪਏ ਨੇ। ਬੰਦਿਆ, ਇੰਨੀ ਤਾਕਤ ਤੇਰੇ ਵਿੱਚ ਨਹੀਂ ਹੈ ਵੀ ਤੂੰ ਇਹ ਗੱਲ ਕਵੇਂ ਵੀ ਮੈਂ ਕਰਮ ਕੀਤਾ ਤੇ ਮੈਨੂੰ ਭੋਗਣਾ ਨਹੀਂ ਪੈਣਾ, ਮੈਨੂੰ ਇਹਦਾ ਸੰਕਟ ਦੁੱਖ ਨਹੀਂ ਮਿਲਣਾ। ਇਹ ਤੇਰੇ ਮਨ ਦਾ ਭਰਮ ਹੈ, ਵਹਿਮ ਹੈ। ਜੇ ਵਿਸ਼ਨੂੰ ਵਰਗੇ ਦੇਵਤੇ, ਰਾਮਚੰਦਰ ਜੀ ਵਰਗੇ ਅਵਤਾਰ ਵੀ ਕੀਤੇ ਕਰਮ ਨੂੰ ਭੋਗਣ ਵਾਸਤੇ ਮਜਬੂਰ ਨੇ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਨ ਵਿਛੜ ਗਿਆ। ਇਹ ਬਾਣੀ ਦਾ ਬਚਨ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬੰਤਰ ਕੀ ਸੇਵਾ, ਬੰਤਰ ਕੀ ਸੈਨਾ ਸੇਵੀ ਹੈ, ਮਨ ਤਨ ਜੋਝੇ ਅਪਾਰ। ਇਹ ਗੁਰਬਾਣੀ ਗਵਾਹੀ ਦਿੰਦੀ ਹੈ ਵੀ ਬਾਂਦਰਾਂ ਦੀ ਸੈਨਾ ਫੌਜ ਦੇ ਸੇਵਨੇ ਯੋਗ ਹੋਏ ਦੁਨੀਆ ਤੇ ਆ ਕੇ। ਕਰਮ ਕੀਤਾ ਆਪ ਹੀ ਕੀਤਾ, ਤੇ ਮਖੌਲ ਇੱਕ ਨਿੱਕਾ ਜਿਹਾ ਹਾਸਾ ਹੀ ਕੀਤਾ ਉਹਦੇ ਨਾਲ, ਪਰ ਉਸ ਹਾਸੇ ਦਾ ਫਲ ਇਹ ਮਿਲਿਆ ਕਿ ਅਵਤਾਰ ਬਣ ਕੇ ਆਪਣੀ ਘਰਵਾਲੀ ਨੂੰ ਚੁਕਾ ਬੈਠੇ ਅਤੇ ਫਿਰ ਉਹਨਾਂ ਦੀ ਮਦਦ ਦੇ ਬਿਨਾਂ ਜਿੱਤ ਨਹੀਂ ਸਕੇ। ਸਤਿਗੁਰੂ ਇੱਥੇ ਬਖਸ਼ਿਸ਼ ਕਰਦੇ ਕਹਿਣ ਲੱਗੇ, ਇੱਥੇ ਕਮਾਵੈ ਸੋ ਫਲ ਪਾਵੈ। ਜਿਹੜਾ ਕਰਮ ਤੂੰ ਇੱਥੇ ਕਮਾਉਂਦਾ ਪਿਆ, ਇਹਦਾ ਫਲ ਤੈਨੂੰ ਵੱਢਣਾ ਪੈਣਾ ਹੈ, ਅੱਗੇ ਜਾ ਕੇ ਪ੍ਰਾਪਤ ਹੋਣਾ ਹੀ ਹੋਣਾ ਹੈ। ਜੇ ਰਾਮ ਜੀ ਵਰਗੇ ਦੇਵਤਿਆਂ ਨੂੰ ਫਲ ਭੋਗਣਾ ਪੈ ਗਿਆ ਤੇ ਤੈਨੂੰ ਨਹੀਂ ਭੋਗਣਾ ਪਵੇਗਾ? ਜ਼ਰੂਰ ਪਵੇਗਾ। ਕਰਮ ਕਰਨ ਤੋਂ ਪਹਿਲਾਂ ਸੋਚਿਆ ਕਰ। ਸਤਿਗੁਰੂ ਪਾਤਸ਼ਾਹ ਕਹਿੰਦੇ, ਮਨਮੁਖ ਹੈ ਪਤ ਖੋਈ। ਮਨਮੁਖ ਲੋਕਾਂ ਨੇ ਇੱਜ਼ਤ ਗਵਾ ਲਈ ਹੈ, ਕਮਾਈ ਕੋਈ ਨਹੀਂ ਹੈ। ਮਨਮੁਖਾਂ ਨੇ ਇੱਥੇ ਵੀ ਲਾਹਨਤਾਂ ਹੀ ਲਈਆਂ ਨੇ, ਇੱਥੇ ਵੀ ਲੋਕਾਂ ਕੋਲੋਂ ਬਦਦੁਆਵਾਂ ਹੀ ਲਈਆਂ, ਇੱਥੇ ਵੀ ਲੋਕਾਂ ਦੇ ਕੋਲੋਂ ਗਾਲਾਂ ਖਾਧੀਆਂ। ਮਨਮੁਖ ਬੰਦੇ ਨੂੰ, ਵਕਾਰੀ ਨੂੰ ਆਪਣੇ ਘਰੇ ਕੋਈ ਨਹੀਂ ਆਉਣ ਦਿੰਦਾ। ਤੇ ਜਦੋਂ ਮਰ ਕੇ ਇਹੋ ਜਿਹਾ ਵਕਾਰੀ ਪਰਲੋਕ ਨੂੰ ਜਾਂਦਾ, ਫਿਰ ਜਮਾਂ ਦੇ ਕੋਲੋਂ ਲਾਹਨਤਾਂ ਪੈਂਦੀਆਂ, ਸਜ਼ਾਵਾਂ ਮਿਲਦੀਆਂ। ਮਨਮੁਖ ਬੰਦੇ ਦੀ ਨਾ ਇੱਥੇ ਇੱਜ਼ਤ ਹੈ, ਨਾ ਪਰਲੋਕ ਵਿੱਚ ਹੁੰਦੀ ਹੈ। ਜੰਪੁਰ ਘੋਰ ਅੰਧਾਰ ਮਹਾ ਗੁਬਾਰ, ਨਾ ਤਿੱਥੈ ਭੈਣ ਨਾ ਭਾਈ। ਸਤਿਗੁਰੂ ਫਰਮਾਉਂਦੇ, ਕਹਿਣ ਲੱਗੇ ਜੰਮਪੁਰ, ਜਿਹੜੀ ਜਮਾਂ ਦੀ ਪੁਰੀ ਹੈ ਨਾ, ਜਮਾਂ ਦਾ ਘਰ, ਜਿੱਥੇ ਜਾ ਕੇ ਤੇਰਾ ਲੇਖਾ ਹੋਣਾ, ਉੱਥੇ ਮਹਾ ਗੁਬਾਰ, ਬੜਾ ਘੁੱਪ ਹਨੇਰਾ ਹੈ। ਉੱਥੇ ਬਲਬ ਕੋਈ ਨਹੀਂ ਲੱਗੇ, ਰੌਸ਼ਨੀ ਕੋਈ ਨਹੀਂ, ਦੀਵਾ ਉੱਥੇ ਕੋਈ ਨਹੀਂ ਜਗਦਾ। ਜੰਮਪੁਰ ਘੋਰ ਅੰਧਾਰ, ਜਮਾਂ ਦੀ ਪੁਰੀ ਵਿੱਚ ਭਿਆਨਕ ਹਨੇਰਾ ਹੈ। ਤੇ ਪਾਤਸ਼ਾਹ ਕਹਿਣ ਲੱਗੇ, ਮਹਾ ਗੁਬਾਰ, ਇੰਨਾ ਹਨੇਰਾ ਹੋਣ ਕਰਕੇ ਰਸਤਾ ਕੋਈ ਨਹੀਂ ਦਿਸਦਾ। ਜੇ ਸਾਨੂੰ ਰਸਤਾ ਨਾ ਦਿਸੇ ਤੇ ਸਾਡਾ ਕੋਈ ਭੈਣ ਭਰਾ ਹੋਵੇ, ਅਸੀਂ ਆਵਾਜ਼ ਮਾਰੀ ਦੀ ਹੈ, ਹਨੇਰੇ ਦੇ ਵਿੱਚ ਹੀ ਆਵਾਜ਼ ਮਾਰੀ ਦੀ, ਫਲਾਣਿਆਂ ਕਿੱਥੇ ਹੈ? ਉਹ ਅਗਲਾ ਅੱਗੋਂ ਆਵਾਜ਼ ਦਿੰਦਾ ਵੀ ਇਸ ਪਾਸੇ ਨੂੰ ਹੋ ਕੇ ਤੇ ਇੱਧਰ ਨੂੰ ਆ ਜਾ, ਮੈਂ ਸਾਹਮਣੇ ਹੀ ਆ ਤੇਰੇ, ਅੱਗੇ ਰਸਤੇ ਵਿੱਚ ਕੋਈ ਚੀਜ਼ ਨਹੀਂ ਹੈ। ਅਗਲਾ ਸਾਨੂੰ ਬੋਲ ਕੇ ਸਮਝਾ ਦਿੰਦਾ, ਫਿਰ ਵੀ ਹਨੇਰੇ ਵਿੱਚ ਅਸੀਂ ਪੈਰ ਰੱਖ ਕੇ ਉਹਦੇ ਤੱਕ ਪਹੁੰਚ ਜਾਈਦਾ। ਪਰ ਮਹਾਰਾਜ ਕਹਿਣ ਲੱਗੇ, ਜਿਸ ਜਮਾਂ ਦੀ ਪੁਰੀ ਦੇ ਵਿੱਚ ਹਨੇਰੇ ਦੀ ਗੱਲ ਕਰਦੇ ਆ, ਤਿੱਥੇ ਭੈਣ ਨਾ ਭਾਈ। ਉੱਥੇ ਤੇਰੀ ਕੋਈ ਭੈਣ ਨਹੀਂ ਬੈਠੀ ਹੋਈ ਜਿਹੜੀ ਰਸਤਾ ਦੱਸੇਗੀ, ਤੇਰਾ ਭਰਾ ਨਹੀਂ ਉੱਥੇ ਬੈਠਾ ਜਿਹੜਾ ਤੇਰੀ ਬਾਂਹ ਫੜ ਕੇ ਆਖੇਗਾ ਚੱਲ ਤੈਨੂੰ ਮੈਂ ਲੈ ਚੱਲਾਂ। ਦੁਨੀਆ ਦੇ ਵਿੱਚ ਤੇ ਹਨੇਰੇ ਵਿੱਚ ਹੋ ਸਕਦਾ ਕਿ ਤੇਰਾ ਭੈਣ ਭਰਾ ਤੇਰੀ ਕੋਈ ਮਦਦ ਵਾਸਤੇ ਬੋੜ ਪਵੇ, ਕੋਈ ਆ ਜਾਵੇ। ਪਰਲੋਕ ਦਾ ਜਿਹੜਾ ਰਸਤਾ ਹੈ ਨਾ ਭਾਈ ਪਿਆਰਿਆ, ਉਥੋਂ ਦੇ ਹਨੇਰੇ ਵਿੱਚ ਨਾ ਭੈਣ ਤੇ ਨਾ ਭਰਾ, ਨਾ ਕੋਈ ਦੋਸਤ, ਨਾ ਕੋਈ ਮਿੱਤਰ, ਕੋਈ ਰਿਸ਼ਤੇਦਾਰ ਮਦਦ ਵਾਸਤੇ ਬੌੜ ਨਹੀਂ ਸਕਦਾ, ਪਹੁੰਚ ਨਹੀਂ ਸਕਦਾ। ਭੈ ਰੋਵੈ ਗੁਨਸਾਰ ਸੰਭਾਲੈ, ਕੋ ਮਰੈ ਨਾ ਮੋਇਆ ਨਾਲੇ। ਐਸੀ ਹਾਲਤ ਹੁੰਦੀ ਹੈ। ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਦਾ ਨਾਮ ਹੀ ਹੈ। ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਨਾਹੇ। ਜਿੱਥੇ ਕਿਸੇ ਦੀ ਪਹੁੰਚ ਨਹੀਂ, ਉੱਥੇ ਪ੍ਰਮਾਤਮਾ ਤੂੰ ਸਮਰੱਥ ਹੈ। ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਹ ਪੈਡੇ
ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਿਸ ਜਮਾਂ ਦੇ ਰਾਹ ਤੇ ਘੁੱਪ ਹਨੇਰਾ ਹੈ, ਉੱਥੇ ਰੱਬ ਦਾ ਨਾਮ ਤੇਰੇ ਅੱਗੇ ਪ੍ਰਕਾਸ਼ ਕਰੇਗਾ, ਤੇਰੇ ਅੱਗੇ ਲਾਈਟ ਬਣ ਕੇ ਰਸਤਾ ਚਮਕੇਗਾ ਤੇਰੇ ਸਾਹਮਣੇ। ਪਰਮੇਸ਼ਰ ਦਾ ਨਾਮ ਉੱਥੇ ਤੈਨੂੰ ਰਸਤਾ ਵਿਖਾਵੇਗਾ। ਨਹੀਂ ਤੇ ਜਮਾਂ ਦੀ ਪੁਰੀ ਦਾ ਰਸਤਾ ਬੜਾ ਘੁੱਪ ਹਨੇਰੇ ਵਾਲਾ ਨਹੀਂ ਦਿਸੇਗਾ। ਪਰਮੇਸ਼ਰ ਦਾ ਨਾਮ ਉੱਥੇ ਪ੍ਰਕਾਸ਼ ਕਰਕੇ ਤੇਰੇ ਤੇ ਕਿਰਪਾ ਕਰਦਾ ਹੈ। ਉਹ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਈ ਆਈ। ਇਹ ਜਿਹੜਾ ਸਰੀਰ ਹੈ ਜਰਜਰਾ ਹੈ, ਜਰਜਰ ਹੁੰਦਾ ਜਾ ਰਿਹਾ, ਕ੍ਰਿਸ਼ ਹੁੰਦਾ ਜਾ ਰਿਹਾ, ਕਮਜ਼ੋਰ ਹੁੰਦਾ ਜਾ ਰਿਹਾ, ਪੁਰਾਣਾ ਹੁੰਦਾ ਜਾ ਰਿਹਾ। ਇਹ ਜਿਵੇਂ ਜਿਵੇਂ ਪੁਰਾਣਾ ਹੋਵੇਗਾ ਨਾ, ਉਵੇਂ ਉਵੇਂ ਵੱਧ ਕਮਜ਼ੋਰ ਹੋਵੇਗਾ। 40 ਸੀਪੁਰ ਹੋਏ 85, ਪੱਗ ਖਿੱਸੇ 60 ਕੇ ਬੁਢੇਪਾ ਆਵੇ। ਮਹਾਰਾਜ ਕਹਿਣ ਲੱਗੇ 40 ਸਾਲਾਂ ਦਾ ਤੇ ਪੂਰਨ ਹੋ ਗਿਆ, ਅਜੇ ਤੇ ਸਰੀਰ ਠੀਕ ਹੈ, ਕੰਮ ਕਰਦਾ ਜ਼ੋਰ ਹੈ। ਜਦੋਂ 50 ਦਾ ਹੋਇਆ, ਥੋੜਾ ਥੋੜਾ ਪੈਰ ਹੁਣ ਪਿੱਛੇ ਨੂੰ ਹੋਣ ਲੱਗ ਪਿਆ। ਹੁਣ ਉਹ ਪਹਿਲਾਂ ਵਾਲੀ ਰਫ਼ਤਾਰ ਨਹੀਂ ਰਹਿ ਗਈ ਤੁਰਨ ਵਾਲੀ। 50 ਸਾਲਾਂ ਤੇ ਪਹੁੰਚਿਆ, ਪਹਿਲਾਂ ਵਾਲੀ ਹੁਣ ਤਾਕਤ ਨਹੀਂ ਹੈ। ਮਾੜੇ ਮੋਟੇ ਗੋਡੇ ਮੋਢੇ ਹੁਣ ਦੁਖਣ ਲੱਗ ਪਏ ਨੇ। ਪੱਗ ਖਿੱਸੇ 50 ਸਾਲਾਂ ਦੀ ਉਮਰ ਵਿੱਚ ਜਾ ਕੇ 60 ਕੇ ਬੁਢੇਪਾ ਆਵੇ। 60 ਸਾਲਾਂ ਦਾ ਹੋ ਗਿਆ, ਹੁਣ ਤੇ ਮੰਨਣਾ ਹੀ ਪੈਣਾ ਵੀ ਮੈਂ ਬੁੱਢਾ ਹੋ ਗਿਆ। ਭਾਵੇਂ ਤੂੰ ਆਖੇ ਵੀ ਮੈਂ ਦੁਨੀਆ ਨੂੰ ਨਾ ਦਿਸਾਂ ਵੀ ਬੁੱਢਾ ਹੋ ਗਿਆ, ਵਾਲ ਮੈਂ ਕਾਲੇ ਕਰ ਲਏ, ਪਰ ਵਾਲ ਕਾਲੇ ਕਰਕੇ ਬੁਢੇਪੇ ਨੂੰ ਨਹੀਂ ਛੁਪਾਇਆ ਜਾਣਾ। 60 ਕੇ ਬੁਢੇਪਾ ਆਵੇ, 60 ਸਾਲਾਂ ਦੇ ਬੁੱਢਾ ਕਿਹਾ ਹੀ ਜਾਣਾ, ਮਾਤਾ ਕਿਹਾ ਹੀ ਜਾਣਾ, ਬਾਪੂ ਆਖਿਆ ਹੀ ਜਾਣਾ ਹੈ। ਭਾਵੇਂ ਤੂੰ ਗੁੱਸਾ ਕਰੇ ਵੀ ਮੈਨੂੰ ਬਾਪੂ ਕਿਉਂ ਕਿਹਾ, ਮੈਨੂੰ ਅੰਕਲ ਕਹਿ, ਮੈਂ ਤੇ ਹਲੇ ਜਵਾਨ ਹਾਂ। ਭਾਵੇਂ ਜਿੰਨਾ ਮਰਜ਼ੀ ਕਹਿ, ਪਰ ਤੇਰੇ ਜਵਾਨ ਕਹਿਣ ਦੇ ਨਾਲ ਤੂੰ ਜਵਾਨ ਕੋਈ ਨਹੀਂ ਬਣ ਜਾਣਾ। 60 ਕੇ ਬੁਢੇਪਾ ਆਵੇ ਤੇ ਪਾਤਸ਼ਾਹ ਕਹਿਣ ਲੱਗੇ 70 ਕਾ ਮਤਹੀਨ 80 ਕਾ ਵਿਵਹਾਰ ਨਾ ਪਾਵੇ। 70 ਸਾਲ ਦਾ ਹੋ ਗਿਆ, ਹੁਣ ਯਾਦ ਸ਼ਕਤੀ ਖਤਮ ਹੋ ਗਈ ਹੈ। ਪੁੱਤ ਪੋਤਰੇ ਹੁਣ ਸਲਾਹ ਨਹੀਂ ਲੈਂਦੇ ਕੰਮ ਕਰਨ ਲੱਗੇ। ਕਹਿੰਦੇ ਬਾਪੂ ਨੂੰ ਤੇ ਚੇਤਾ ਭੁੱਲ ਜਾਂਦਾ, ਇਹ ਤੇ ਬੁੱਢਾ ਹੋ ਗਿਆ, ਇਹਨੂੰ ਪੁੱਛੀਦਾ ਕੁਝ ਹੈ, ਇਹ ਜਵਾਬ ਅੱਗੋਂ ਕੋਈ ਦਿੰਦਾ। 70 ਸਾਲ ਦੀ ਉਮਰ ਵਿੱਚ ਤੇਰੀ ਘਰੇ ਪੁੱਛ ਗਿੱਛ ਖਤਮ ਹੋ ਜਾਣੀ ਹੈ, ਕੋਈ ਤੇਰੀ ਸਲਾਹ ਨਹੀਂ ਲਵੇਗਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ 80 ਕਾ ਵਿਵਹਾਰ ਨਾ ਪਾਵੇ। ਜਦੋਂ ਹੋ ਗਿਆ ਨਾ 80 ਸਾਲ ਦਾ, ਫਿਰ ਤੇ ਮੰਜੇ ਜੋਗਾ ਹੀ ਰਹਿ ਗਿਆ। ਫਿਰ ਤੇ ਨਾ ਕੰਮ ਕਰਨ ਵਾਸਤੇ ਜਾ ਸਕਦਾ, ਨਾ ਆ ਸਕਦਾ। ਨਾਵੇ ਕਾਸੇ ਜਸਨੀ, ਜਦੋਂ 90 ਸਾਲ ਦਾ ਹੋ ਗਿਆ, ਹੁਣ ਤੇ ਮੰਜੇ ਤੇ ਪਿਆ ਹੋਇਆ, ਸਰਾਣਾ ਵੀ ਦੂਜਿਆਂ ਨੂੰ ਕਹਿੰਦਾ ਮੇਰੇ ਥੱਲੇ ਚੁੱਕ ਕੇ ਦੇ ਦਿਓ। ਪੁੱਤ ਪੋਤਰੇ ਚੁੱਕਦੇ ਨੇ ਮੋਢਿਆਂ ਤੋਂ ਫੜ ਕੇ, ਧੌਣ ਤੋਂ ਫੜ ਕੇ ਥੱਲੇ ਸਰਾਣਾ ਦਿੰਦੇ, ਕਦੇ ਕੱਢ ਲੈਂਦੇ। ਨਾਵੇ ਕਾਸੇ ਜਸਨੀ, 90 ਸਾਲ ਦਾ ਹੋਇਆ ਤੇ ਆਹ ਹਾਲਤ ਹੋ ਗਈ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਫਿਰ ਦੁਨੀਆ ਛੱਡ ਕੇ ਤੁਰ ਗਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਇਹ ਉਹ ਸਰੀਰ ਜਜਰੀ ਹੈ, ਸਰੀਰ ਕਮਜ਼ੋਰ ਹੁੰਦਾ ਹੈ। ਉਮਰ ਦੇ ਨਾਲ ਨਾਲ 50 ਸਾਲ ਦੀ ਉਮਰ ਵਿੱਚ ਹੋਰ ਹੈ, 60 ਵਿੱਚ ਹੋਰ ਹੈ, 70 ਵਿੱਚ ਹੋਰ ਹੈ, 80 ਵਿੱਚ ਹੋਰ ਹੈ, ਤੇ 90 ਦੇ ਵਿੱਚ ਤੇ ਫਿਰ ਹੁਣ ਚੁੱਕ ਚੁਕਾ ਕੇ ਹੀ ਕੰਮ ਚਲਾਉਣਾ ਪਵੇਗਾ। ਹੁਣ ਆਪਣੇ ਆਪ ਕੁਝ ਨਹੀਂ ਕਰੇਗਾ। ਜਿਵੇਂ ਜਿਵੇਂ ਉਮਰਾਂ ਵਧੇਗੀ ਉਵੇਂ ਉਵੇਂ ਸਰੀਰ ਕਮਜ਼ੋਰ ਹੁੰਦਾ ਹੈ, ਅਤੇ ਇਸ ਦੇ ਕਮਜ਼ੋਰੀ ਦੇ ਨਾਲ, ਇਸ ਨੂੰ ਬੁਢੇਪੇ ਦੇ ਨਾਲ ਨਾਲ ਉਵੇਂ ਉਵੇਂ ਸਰੀਰ ਇਸ ਦਾ ਜਿਹੜਾ ਇਕੱਠਾ ਹੁੰਦਾ ਹੈ। ਕਾਇਆ ਕੰਚਨ ਤਾਂ ਥੀਐ ਜਾਂ ਸਤਿਗੁਰ ਲੈ ਮਿਲਾਏ। ਗੁਰੂ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਣ ਤੇ ਇਹ ਜਿਹੜੀ ਕਾਇਆ ਸਰੀਰ ਹੈ ਨਾ, ਇਹ ਕੰਚਨ ਵੱਤ ਸ਼ੁੱਧ ਹੋ ਜਾਂਦੀ ਹੈ, ਸੋਨੇ ਦੇ ਵਾਂਗ ਇਹ ਕੀਮਤੀ ਹੋ ਜਾਂਦੀ ਹੈ। ਜਿਹੜਾ ਗੁਰੂ ਦੇ ਨਾਲ ਮਿਲ ਗਿਆ ਉਹਦੇ ਬੁੱਢੇ ਬਾਰੇ ਵੀ ਸੇਵਾ ਹੁੰਦੀ ਪਈ। ਆਪਾਂ ਵੇਖਦੇ ਹਾਂ ਨਾ ਬੜੇ ਬੜੇ ਸਾਧੂ ਮਹਾਤਮਾ ਨਾਮ ਜਪਣ ਵਾਲੇ, ਉਹ ਬੁੱਢੇ ਹੋ ਜਾਂਦੇ, ਸੰਗਤ ਉਹਨਾਂ ਨੂੰ ਹੱਥਾਂ 'ਤੇ ਚੁੱਕ ਲੈਂਦੀ ਹੈ, ਉਹਨਾਂ ਦੇ ਅੱਗੇ ਪਿੱਛੇ ਲੋਕ ਦੌੜੇ ਫਿਰਦੇ। ਉਹਨਾਂ ਦੀ ਬਜ਼ੁਰਗੀ ਉਮਰ ਦੇ ਵਿੱਚ ਵੀ ਉਹਨਾਂ ਦੀ ਸਰੀਰ ਜਿਹੜਾ ਸੋਨੇ ਵਰਗਾ ਹੀ ਹੈ, ਕੀਮਤੀ ਹੈ। ਲੋਕ ਉਹਨਾਂ ਅੱਗੇ ਹੱਥ ਪੈਰ ਜੋੜਦੇ, ਤੁਸੀਂ ਨਾ ਜਾਇਓ, ਅਸੀਂ ਤੁਹਾਡੇ ਨਾਲ ਆ, ਤੁਹਾਡੀ ਮਿਹਰ ਹੈ ਸਾਡੇ ਤੇ। ਮਹਾਰਾਜ ਕਹਿਣ ਲੱਗੇ ਜਿਹੜੇ ਗੁਰੂ ਨਾਲ ਮਿਲੇ ਨੇ ਗੁਰਮੁਖ ਬੁੱਢੇ ਕਦੇ ਨਾ ਹੀ, ਉਹ ਫਿਰ ਬੁਢੇਪੇ ਦੇ ਸੰਤਾਪ ਦੁੱਖ ਨੂੰ ਭੋਗਦੇ ਨਹੀਂ। ਐਸੀਆਂ ਸੇਵਾਵਾਂ ਹੁੰਦੀਆਂ ਹਨ। ਭ੍ਰਮ ਮਾਇਆ ਵਿੱਚੋਂ ਕੱਟੀਐ ਸਸੜੇ ਨਾਮ ਸਮਾਏ। ਤੇ ਇਹ ਮਾਇਆ ਅਸਲ ਵਿੱਚ ਮਾਇਆ ਦਾ ਪਿਆ ਹੋਇਆ ਹੀ ਭਰਮ ਹੈ ਸਾਡੇ ਉੱਪਰ। ਮਾਇਆ ਦਾ ਹੀ ਇਹੋ ਜਿਹਾ ਪੜਦਾ ਪਿਆ ਜਿਹੜਾ ਭਰਮ ਦੇ ਵਿੱਚ ਭੁੱਲੇ ਹੋਏ ਆ। ਪਰ ਇਹ ਕੱਟਿਆ ਜਾਂਦਾ ਜੇ ਨਾਮ ਨੂੰ ਜਪੀਏ। ਨਾਮ ਜਪ ਕੇ ਮਾਇਆ ਦਾ ਪਰਦਾ ਕੱਟਿਆ ਜਾ ਸਕਦਾ ਹੈ। ਸੱਚੇ ਨਾਮ ਸਮਾਏ ਹਰ ਗੁਣ ਗਾਏ ਮਿਲ ਪ੍ਰੀਤਮ ਸੁਖ ਪਾਏ। ਸੱਚ ਨਾਮ ਦੇ ਵਿੱਚ ਸਮਾਏ ਨੇ, ਸਮਾਏ ਉਹ ਨੇ ਜਿਨ੍ਹਾਂ ਨੇ ਹਰੀ ਦੇ ਗੁਣ ਗਾਏ ਨੇ। ਗੁਣ ਗਾਵਾਂ ਦਿਨ ਰਾਤ ਨਾਨਕ
ਚਾਓ ਇਹੋ ਜਿਨ੍ਹਾਂ ਨੂੰ ਚਾਅ ਬਣਿਆ ਉਹਦੇ ਗੁਣ ਗਾਉਣ ਦਾ, ਭਾਈ ਉਹਦੇ ਵਿੱਚ ਸਮਾ ਜਾਂਦੇ। ਮਿਲ ਪ੍ਰੀਤਮ ਸੁਖ ਪਾਏ, ਪਿਆਰੇ ਪ੍ਰੀਤਮ ਨੂੰ ਮਿਲ ਕੇ ਉਹ ਗੁਰਮੁਖ ਜਿਹੜੇ ਸੁਖ ਪਾਉਂਦੇ ਹਨ। ਸਦਾ ਆਨੰਦ ਰਹਿ ਦਿਨ ਰਾਤੀ, ਵਿੱਚੋਂ ਹਉਮੈ ਜਾਏ। ਜਿਨ੍ਹਾਂ ਦੇ ਹਿਰਦੇ ਵਿੱਚੋਂ ਹਉਮੈ ਚਲੀ ਗਈ, ਹੰਕਾਰ ਗਵਾਉਣਾ ਬੜਾ ਔਖਾ ਹੈ। ਮਰਦੇ ਦਮ ਤੱਕ ਹੰਕਾਰ ਨਹੀਂ ਮਨੋ ਜਾਂਦਾ, ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਜਾਂਦਾ ਹੈ। ਮਹਾਰਾਜ ਕਹਿਣ ਲੱਗੇ ਪਰ ਜਿਨ੍ਹਾਂ ਨੇ ਹੰਕਾਰ ਗਵਾ ਲਿਆ ਨਾ ਬਿਲਕੁਲ ਵਾਸਤੇ, ਉਹ ਜਿਹੜੇ ਗੁਰਮੁਖ ਬਣੇ ਨੇ ਉਹਨਾਂ ਨੂੰ ਫਿਰ ਦਿਨੇ ਰਾਤ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਉਹ ਆਨੰਦ ਦੇ ਵਿੱਚ ਰਹਿੰਦੇ ਜਿਨ੍ਹਾਂ ਨੇ ਆਪ ਨੂੰ ਹੰਕਾਰ ਨੂੰ ਦੂਰ ਕੀਤਾ ਹੈ। ਜਿਨੇ ਪੁਰਖੀ ਹਰ ਨਾਮ ਚਿਤ ਲਾਇਆ, ਤਿਨਕੇ ਹਉ ਲਾਗੋ ਪਾਏ। ਜਿਨ੍ਹਾਂ ਮਹਾਂਪੁਰਖਾਂ ਨੇ ਨਾਮ ਦੇ ਵਿੱਚ ਚਿਤ ਲਾਇਆ, ਨਾਮ ਦੇ ਵਿੱਚ ਧਿਆਨ ਲੱਗਿਆ, ਇਹੋ ਜਿਹੇ ਮਹਾਤਮਾ ਦੇ ਮੈਂ ਵੀ ਚਰਨਾਂ ਵਿੱਚ ਲੱਗ ਜਾਵਾਂ, ਚਰਨਾਂ ਨਾਲ ਜੁੜ ਜਾਵਾਂ ਜਿਹੜੇ ਦਿਨੇ ਰਾਤ ਤੇਰੇ ਨਾਮ ਨੂੰ ਜਪਦੇ ਹਨ। ਮਾਇਆ ਕੰਚਨ ਤਾ ਥੀਏ, ਜਾਂ ਸਤਿਗੁਰ ਲੈ ਮਿਲਾਏ। ਭਾਈ ਜੇ ਗੁਰੂ ਕਿਰਪਾ ਕਰ ਦੇਵੇ, ਆਪ ਆਪਣੇ ਨਾਲ ਮਿਲਾ ਦੇਵੇ, ਆਪ ਮਿਹਰ ਕਰੇ, ਸਾਡੇ ਤੇ ਤਰਸ ਕਰ ਦੇਵੇ, ਮਿਲਾ ਲਵੇ। ਇਹ ਕਾਇਆ ਜਿਹੜੀ ਸਰੀਰ ਹੈ, ਕਹਿਣ ਲੱਗੇ ਕੰਚਨ ਵਤ ਸ਼ੁੱਧ, ਕੰਚਨ ਵਾਂਗ ਕੀਮਤੀ, ਕੰਚਨ ਵਾਂਗ ਬਹੁ ਮੁੱਲਾ, ਸੋਨੇ ਵਰਗਾ ਬਹੁ ਮੁੱਲਾ ਹੋ ਜਾਂਦਾ ਹੈ ਉਹਨਾਂ ਦਾ ਇਹ ਤਨ ਜਿਹੜੇ ਰੱਬ ਨੂੰ ਮਿਲਦੇ ਹਨ। ਸੋ ਸੱਚਾ ਸੱਚ ਸਲਾਹੀਏ, ਜੇ ਸਤਿਗੁਰ ਦੇ ਬੁਝਾਏ। ਸਤਿਗੁਰੂ ਬੁਝਾਏ, ਬਖਸ਼ਿਸ਼ ਕਰ ਦੇਣ, ਸੋਝੀ ਦੇ ਦੇਣ, ਤਾਂ ਉਹ ਸੱਚੇ ਨੂੰ ਸੱਚ ਨਿਸ਼ਚੈ ਕਰਕੇ ਸਲਾਹਿਆ ਜਾਂਦਾ। ਨਿਸ਼ਚੈ ਤੋਂ ਭਾਵ ਹੈ ਭਰੋਸੇ ਦੇ ਨਾਲ। ਕਈ ਵਾਰੀ ਅਸੀਂ ਬਾਣੀ ਪੜ੍ਹਦੇ ਹਾਂ ਨਾ, ਪਾਠ ਕਰਦੇ ਹਾਂ, ਕਰ ਰਹੇ ਹੁੰਦੇ ਹਾਂ, ਪਰ ਮਨ ਵਿੱਚ ਹੁੰਦਾ ਵੀ ਪਤਾ ਨਹੀਂ ਮੇਰਾ ਇਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ। ਪਾਠ ਕਰ ਰਹੇ ਹਾਂ, ਬਾਣੀ ਪੜ੍ਹ ਰਹੇ ਹਾਂ, ਅਰਦਾਸ ਵੀ ਕਰਦੇ ਪਏ ਜਾਂ ਕਰਾਉਂਦੇ ਪਏ ਹਾਂ। ਅਰਦਾਸ ਕਰਦਿਆਂ ਕਰਾਉਂਦਿਆਂ, ਪਾਠ ਕਰਦਿਆਂ ਕਰਾਉਂਦਿਆਂ ਮਨ ਵਿੱਚ ਫਿਰ ਵੀ ਆ ਜਾਂਦਾ ਵੀ ਪਤਾ ਨਹੀਂ ਇਹ ਮੇਰਾ ਕੰਮ ਨੇਪਰੇ ਚੜ੍ਹੇਗਾ ਕਿ ਨਹੀਂ, ਮੇਰੀ ਪੂਰੀ ਹੋਵੇਗੀ ਅਰਦਾਸ ਕਿ ਨਹੀਂ। ਸਤਿਗੁਰੂ ਪਾਤਸ਼ਾਹ ਕਹਿੰਦੇ ਨਿਸ਼ਚਾ ਨਹੀਂ ਹੈ ਤੇਰੇ ਕੋਲ। ਯਾਦ ਕਰ ਲਾ ਮੱਖਣ ਸ਼ਾਹ ਲੁਬਾਣੇ ਦੇ ਇਤਿਹਾਸ ਨੂੰ। ਜੇ ਉਹ ਕਹਿੰਦਾ ਵੀ ਪਤਾ ਨਹੀਂ ਜਹਾਜ਼ ਬਚੇਗਾ ਕਿ ਡੁੱਬੇਗਾ, ਤੇ ਫਿਰ ਤੇ ਗੱਲ ਨਾ ਬਣਦੀ। ਉਹ ਕਹਿਣ ਲੱਗਾ ਵੀ ਹੋ ਹੀ ਨਹੀਂ ਸਕਦਾ ਵੀ ਇਹ ਕਿਸੇ ਬੰਦੇ ਡੁੱਬ ਜਾਵੇ, ਗੁਰੂ ਸਮਰੱਥ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਗੁਰੂ ਕਿਆ ਸਿੱਖਾ, ਨਾਮ ਜਪਣ ਵੇਲੇ, ਬਾਣੀ ਪੜ੍ਹਨ ਵੇਲੇ, ਗੁਰੂ ਅੱਗੇ ਅਰਦਾਸ ਕਰਨ ਵੇਲੇ ਤੇਰੇ ਮਨ ਵਿੱਚ ਨਿਸ਼ਚਾ ਹੋਵੇ, ਭਰੋਸਾ ਹੋਵੇ ਵੀ ਜਿੱਥੇ ਆਇਆ ਇੱਥੋਂ ਮੇਰਾ ਕੰਮ ਬਣ ਹੀ ਜਾਣਾ ਹੈ, ਤਾਂ ਪ੍ਰਾਪਤੀ ਹੈ। ਤੇ ਅਸੀਂ ਤੇ ਚਾਰ ਚਫੇਰੇ ਮੂੰਹ ਕੀਤਾ, ਇੱਧਰੋਂ ਨਾ ਬਣਿਆ ਤੇ ਉੱਧਰ ਜਾਵਾਂਗੇ, ਉੱਧਰੋਂ ਨਾ ਬਣਿਆ ਤੇ ਇੱਧਰ ਜਾਵਾਂਗੇ। ਥਾਵਾਂ ਥਾਵਾਂ ਤੇ ਜਾਈਦਾ ਨਾ, ਕਿਤੇ ਲੱਸੀ ਪਾ ਕੇ ਆਈਦੀ ਹੈ ਇੱਟਾਂ ਤੇ, ਕਿਤੇ ਦੀਵਾ ਜਗਾ ਕੇ ਆਈਦਾ, ਕਿਤੇ ਧਾਗਾ ਬੰਨ੍ਹ ਕੇ ਆਈਦਾ। ਉਹ ਕਾਹਦੇ ਵਾਸਤੇ ਹੈ? ਉਹ ਅਸੀਂ ਸਾਰਿਆਂ ਨੂੰ ਰਿਸ਼ਵਤ ਦਿੱਤੀ ਹੋਈ ਹੈ ਵੀ ਜੇ ਇੱਧਰੋਂ ਗੱਲ ਨਾ ਬਣੀ ਤੇ ਦੂਜੇ ਬਾਬੇ ਅੱਲੇ ਜਾਵਾਂਗਾ, ਦੂਜੇ ਅੱਲੇ ਨਾ ਬਣੀ ਫਿਰ ਤੀਜੇ ਅੱਲੇ ਜਾਵਾਂਗਾ। ਸਾਨੂੰ ਭਰੋਸਾ ਤਿੰਨਾਂ ਚੌਵਾਂ ਵਿੱਚੋਂ ਕਿਸੇ ਤੇ ਵੀ ਨਹੀਂ ਹੈ। ਪਰ ਇਹ ਹੈ ਵੀ ਜਿਹਦੇ ਕੋਲੋਂ ਕੰਮ ਸੂਤਰ ਹੁੰਦਾ ਉਹਦੇ ਕੋਲੋਂ ਲੈ ਲਓ, ਭਰੋਸਾ ਇੱਕ ਤੇ ਵੀ ਨਹੀਂ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋ ਸੱਚਾ ਸੱਚ ਸਲਾਹੀਐ, ਉਹ ਸੱਚੇ ਪਰਮਾਤਮਾ ਨੂੰ ਸੱਚ ਨਿਸ਼ਚੈ ਕਰਕੇ, ਭਰੋਸਾ ਕਰਕੇ ਉਹਨੂੰ ਯਾਦ ਕਰ। ਜੇ ਯਾਦ ਕਰੇਗਾ ਪ੍ਰਾਪਤੀ ਤਾਂ ਹੈ, ਪਰ ਭਰੋਸਾ ਵੀ ਤਾਂ ਹੀ ਆਉਂਦਾ ਗੁਰਮੁਖੋ ਜੇ ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ ਤਾਂ ਭਰੋਸਾ ਵੱਧਦਾ। ਨਹੀਂ ਤੇ ਲੋਕ ਸ਼ੰਕਾਵਾਦੀ ਸ਼ੰਕਾ ਹੀ ਕਰਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪਵਿੱਤਰ ਸਰੋਵਰ ਹੈ ਨਾ, ਅੰਮ੍ਰਿਤ ਸਰੋਵਰ, ਜਿਨ੍ਹਾਂ ਨੂੰ ਨਿਸ਼ਚਾ ਬੱਧਾ ਜਾਂ ਬੱਝਿਆ ਹੈ, ਉਹਨਾਂ ਦੇ ਕੈਂਸਰ ਵਰਗੇ ਰੋਗ ਵੀ ਠੀਕ ਹੋਏ। ਲਾ ਇਲਾਜ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ। ਅੰਨਿਆਂ ਨੂੰ ਅੱਖਾਂ ਮਿਲ ਗਈਆਂ, ਲੂਲਿਆਂ ਲੰਗੜਿਆਂ ਨੂੰ ਲੱਤਾਂ ਮਿਲ ਗਈਆਂ। ਗੱਲ ਭਰੋਸੇ ਦੀ ਹੈ। ਤੇ ਪਿੱਛੇ ਜੇ ਕਰੋਨਾ ਚੱਲਿਆ ਤੇ ਲੋਕ ਇਸ ਗੱਲ ਦਾ ਮਜ਼ਾਕ ਉਡਾਉਂਦੇ ਸੀ, ਕਹਿਣ ਲੱਗੇ ਤੁਹਾਡੇ ਕੋਲ ਐਡਾ ਵੱਡਾ ਸਰੋਵਰ ਹੈ ਤੇ ਹੁਣ ਜਾ ਕੇ ਉੱਥੇ ਖਤਮ ਕਰੋ। ਹੁਣ ਕਿਉਂ ਨਹੀਂ ਹੁੰਦਾ ਕਰੋਨਾ ਖਤਮ? ਗੁਰੂ ਤੇ ਅੱਜ ਵੀ ਸਮਰੱਥ ਹੈ, ਗੁਰੂ ਤੇ ਅੱਜ ਵੀ ਬਖਸ਼ਿਸ਼ਾਂ ਕਰਦਾ ਹੈ, ਪਰ ਬਖਸ਼ਿਸ਼ ਉਹਦੇ ਤੇ ਹੁੰਦੀ ਹੈ ਜਿਹਦੇ ਕੋਲ ਭਰੋਸਾ ਹੈ। ਉਹਦਾ ਅੱਜ ਵੀ ਉੱਥੇ ਕਰੋਨਾ ਠੀਕ ਹੋਵੇਗਾ। ਉਹਨੂੰ ਅੱਜ ਅੰਨੇ ਨੂੰ ਅੱਖਾਂ ਅੱਜ ਵੀ ਮਿਲਣਗੀਆਂ, ਪਰ ਭਰੋਸੇ ਦੀ ਗੱਲ ਹੈ। ਭਰੋਸਾ ਸਾਰਿਆਂ ਦੇ ਕੋਲ ਨਹੀਂ ਨਾ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਉਂਦੇ ਤੇ ਬੜੇ ਨੇ, ਮੱਥਾ ਟੇਕਣ ਵਾਲਿਆਂ ਦੀ ਗਿਣਤੀ ਕੋਈ ਨਹੀਂ ਹੈ, ਇਸ਼ਨਾਨ ਕਰਨ ਵਾਲਿਆਂ ਦੀ ਗਿਣਤੀ ਕੋਈ ਨਹੀਂ ਹੈ, ਪ੍ਰਸ਼ਾਦਾ ਛਕਣ ਵਾਲਿਆਂ ਦੀ, ਸੇਵਾ ਕਰਨ ਵਾਲਿਆਂ ਦੀ ਗਿਣਤੀ ਕੋਈ ਨਹੀਂ ਹੈ, ਪਰ ਅਸਲ ਗਿਣਤੀ ਉਹਨਾਂ ਦੀ ਹੋਣੀ ਹੈ ਜਿਨ੍ਹਾਂ ਨੇ ਕੋਲ ਨਿਸ਼ਚਾ ਹੈ, ਭਰੋਸਾ ਹੈ। ਇਸ ਦਰ 'ਤੇ ਆਇਆ
ਇਹ ਦਰ ਮੇਰੇ ਤੇ ਬਖਸ਼ਿਸ਼ ਕਰੇਗਾ। ਪਰ ਇਹ ਭਰੋਸਾ ਸਾਰਿਆਂ ਕੋਲ ਵੱਜਦਾ ਨਹੀਂ ਹੈ, ਕਿਸੇ ਵਿਰਲੇ ਕੋਲੋਂ ਵੱਜਦਾ। ਤੇ ਜਿਨ੍ਹਾਂ ਦਾ ਵੱਜਦਾ ਨਾ, ਅੱਜ ਵੀ ਤੁਸੀਂ ਵੇਖਦੇ ਹੋ ਉਹਨਾਂ ਨੂੰ ਅੱਖਾਂ ਮਿਲਦੀਆਂ, ਉਹਨਾਂ ਨੂੰ ਲੱਤਾਂ ਮਿਲਦੀਆਂ, ਉਹਨਾਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ, ਉਹ ਅੱਜ ਵੀ ਠੀਕ ਹੋ ਰਹੇ ਨੇ। ਤੇ ਜਿਹਦੇ ਕੋਲ ਨਹੀਂ ਹੈ ਉਹ ਨਹੀਂ ਹੋ ਸਕਦਾ। ਪਾਤਸ਼ਾਹ ਫਰਮਾਉਂਦੇ ਹਨ, ਬਿਨ ਸਤਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਣ ਆਗੇ ਜਾਏ। ਗੁਰੂ ਤੋਂ ਬਿਨਾ ਭਰਮ ਦੇ ਵਿੱਚ ਭੁੱਲੇ ਨੇ, ਅੱਗੇ ਜਾ ਕੇ ਕੀ ਆਪਣਾ ਮੂੰਹ ਵਿਖਾਉਣਗੇ ਭਾਈ? ਕਿਹੜਾ ਮੂੰਹ ਲੈ ਕੇ ਜਾਣਗੇ ਰੱਬ ਦੀ ਦਰਗਾਹ ਵਿੱਚ ਜਿਨ੍ਹਾਂ ਨੇ ਨਾਮ ਨੂੰ ਨਹੀਂ ਜਪਿਆ ਹੈ। ਕਿਆ ਦੇਨ ਮੋਹ ਆਏ ਅਵਗਣ ਪਛਤਾਏ ਦੁੱਖੋ ਦੁੱਖ ਕਮਾਏ। ਕਿਆ ਦੇਨ ਮੋਹ ਜਾਏ, ਆਪਣਾ ਮੂੰਹ ਕੀ ਜਾ ਕੇ ਅੱਗੇ ਦੇਣਗੇ? ਰੱਬ ਨੂੰ ਕੀ ਕਹਿਣਗੇ ਵੀ ਅਸੀਂ ਕੀ ਕਰਤੂਤ ਕਰਕੇ ਆਏ? ਬੱਚਾ ਘਰ ਵਿੱਚੋਂ ਨਿਕਲਿਆ ਜਵਾਨ, ਬਾਹਰੋਂ ਮਾੜਾ ਕਰਮ ਕਰਕੇ ਗਿਆ, ਉਲਾਮਾ ਲੈ ਕੇ ਗਿਆ, ਜੁੱਤੀਆਂ ਖਾ ਕੇ ਮਾਰ ਖਾ ਕੇ ਗਿਆ, ਤੇ ਆਪਣੇ ਮਾਂ-ਬਾਪ ਨੂੰ ਕੀ ਆਖੇਗਾ ਵੀ ਮੈਂ ਬੜੀ ਕਰਤੂਤ ਚੰਗੀ ਕਰਕੇ ਆਇਆ? ਮਾੜੀ ਕਰਕੇ ਆਇਆ, ਆਪਣਾ ਆਪ ਛੁਪਾਏਗਾ। ਪਰ ਜਿਹੜਾ ਕੋਈ ਬਾਹਰੋਂ ਜਿੱਤ ਕੇ ਗਿਆ, ਕੋਈ ਇਨਾਮ ਲੈ ਕੇ ਗਿਆ, ਉਹ ਸਾਰੇ ਮਹੱਲੇ ਨੂੰ ਦੱਸੇਗਾ ਵੀ ਮੈਂ ਵੇਖੋ ਬੜਾ ਚੰਗਾ ਕੰਮ ਕਰਕੇ ਆਇਆ। ਮਾੜਾ ਬੰਦਾ ਕਰਮ ਕਰਕੇ ਲੁਕਾਉਂਦਾ ਹੈ, ਮਾਂ-ਬਾਪ ਤੋਂ ਵੀ ਛੁਪਾਉਂਦਾ ਹੈ ਵੀ ਹੁਣ ਮੈਂ ਕੀ ਵਿਖਾਵਾਂ। ਤੇ ਚੰਗਾ ਕੰਮ ਕਰਕੇ ਦੁਨੀਆ ਨੂੰ ਲੋਕ ਦੱਸਦੇ ਨੇ। ਇਸੇ ਤਰ੍ਹਾਂ ਦੁਨੀਆ ਵਿੱਚ ਤੂੰ ਆਇਆ, ਜੇ ਤੂੰ ਨਾਮ ਜਪਿਆ ਤੇ ਤੂੰ ਬੜੀ ਖੁਸ਼ੀ ਦੇ ਨਾਲ ਜਾਵੇਂਗਾ ਵੀ ਮੈਂ ਜਪ ਕੇ ਆਇਆ। ਪਰ ਜੇ ਇੱਥੇ ਕੁਕਰਮੀ ਕਰਦਾ ਰਿਹਾ, ਨਿੰਦਿਆ ਚੁਗਲੀ, ਲੋਕਾਂ ਨੂੰ ਦੁੱਖ, ਫਿਰ ਕਿਹੜਾ ਮੂੰਹ ਲੈ ਕੇ ਅੱਗੇ ਜਾਵੇਂਗਾ? ਰੱਬ ਦੇ ਸਾਹਮਣੇ ਕਿਵੇਂ ਪੇਸ਼ ਹੋਵੇਗਾ? ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦੁੱਖੋ ਦੁੱਖ ਕਮਾਏ। ਦੁੱਖਾਂ ਵਿੱਚ ਫਿਰ ਦੁੱਖ ਦੀ ਕਮਾਈ, ਮਾਰ ਤੇ ਸਜ਼ਾ ਮਿਲਦੀ ਹੈ। ਨਾਮ ਰਤਿਆ ਸੇ ਰੰਗ ਚਲੂਲਾ ਫਿਰ ਕੇ ਅੰਕ ਸਮਾਏ। ਨਾਮ ਦੇ ਵਿੱਚ ਰੰਗੇ ਨੇ ਗੂੜਾ ਰੰਗ, ਉਹਨਾਂ ਨੂੰ ਨਾਮ ਦਾ ਪ੍ਰਾਪਤ ਹੋਇਆ, ਪਰਮੇਸ਼ਰ ਵਿੱਚ ਸਮਾ ਜਾਂਦੇ ਹਨ। ਤਿਸ ਜੇਵੜ ਅਵਰ ਨਾ ਸੂਝੇ ਕਿਸੇ ਆਗੇ ਕਹੀਏ ਜਾਏ। ਦੂਜਾ ਦਿਸਦਾ ਹੀ ਕੋਈ ਨਹੀਂ, ਕਹੀਏ ਕਿਹਨੂੰ ਜਾ ਕੇ? ਤੇਰੇ ਵਰਗਾ ਕੋਈ ਦੂਜਾ ਹੋਵੇ ਤੇ ਫਿਰ ਆਖੀਏ ਨਾ ਵੀ ਆਹ ਰੱਬ ਵਰਗਾ ਦੂਜਾ ਰੱਬ ਹੈ। ਰੱਬਾ ਤੇਰੇ ਵਰਗਾ ਦੂਜਾ ਕੋਈ ਹੈ ਹੀ ਨਹੀਂ। ਇਹ ਗੁਰੂ ਪਾਤਸ਼ਾਹ ਤੁਹਾਡੇ ਵਰਗਾ ਦੂਜਾ ਕੋਈ ਹੈ ਨਹੀਂ, ਤੇ ਕਿਹਨੂੰ ਜਾ ਕੇ ਕਹੀਏ ਕਿ ਸਾਡੇ ਤੇ ਕਿਰਪਾ ਕਰ, ਕੋਈ ਤੁਹਾਡੇ ਵਰਗਾ ਹੈ ਨਹੀਂ ਹੈ। ਸੋ ਸੱਚਾ ਸੱਚ ਸਲਾਹੀਏ ਜੇ ਸਤਿਗੁਰ ਦੇਹ ਬਜਾਏ। ਸੱਚੇ ਨੂੰ ਸਲਾਹੀਏ ਜਿਹੜਾ ਕਿਰਪਾ ਕਰਕੇ ਸਾਨੂੰ ਪਰਮੇਸ਼ਰ ਦੀ ਸੋਝੀ ਦੇ ਦੇਵੇ। ਜਿਨੀ ਸੱਚੜਾ ਸੱਚ ਸਲਾਹਿਆ ਹਉ ਤਿਨ ਕੇ ਲਾਗੋਂ ਪਾਏ। ਜਿਸਨੇ ਸੱਚੇ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਜਪਿਆ ਹੈ। ਪਾਤਸ਼ਾਹ ਕਹਿਣ ਲੱਗੇ, ਭਾਈ ਇਹੋ ਜਿਹਾ ਗੁਰਮੁਖਾਂ ਦੇ ਚਰਨਾਂ ਵਿੱਚ ਜਾ ਕੇ ਲੱਗੀਏ, ਬੇਨਤੀ ਕਰੀਏ ਭਾਈ ਜਿਵੇਂ ਤੁਸੀਂ ਜਪਿਆ ਪ੍ਰਾਪਤੀ ਕੀਤੀ ਹੈ, ਸਾਨੂੰ ਵੀ ਪ੍ਰਾਪਤੀ ਕਰਵਾ ਦੇਵੋ। ਸੇ ਜਨ ਸੱਚੇ ਨਿਰਮਲੇ ਤਿਨ ਮਿਲਿਆ ਸਭ ਮਲ ਸਭ ਜਾਏ। ਨਿਰਮਲ ਤੋਂ ਭਾਵ ਹੁੰਦਾ ਮੈਲ ਤੋਂ ਰਹਿਤ, ਨਿਰਮਲ ਜਿਹਦੇ ਵਿੱਚ ਮੈਲ ਕੋਈ ਨਾ ਹੋਵੇ। ਤੇ ਜਿਹੜਾ ਮੈਲ ਦਾ ਭਰਿਆ ਉਹਨੂੰ ਨਿਰਮਲ ਥੋੜੀ ਆਖਿਆ ਜਾਂਦਾ। ਮਹਾਰਾਜ ਕਹਿਣ ਲੱਗੇ, ਸੇ ਜਨ ਸੱਚੇ ਨਿਰਮਲੇ, ਉਹ ਸੱਚੇ ਤੇ ਨਿਰਮਲ ਨੇ, ਮੈਲ ਤੋਂ ਰਹਿਤ ਨੇ। ਤੈਨੂੰ ਮਿਲਿਆ ਮਲ ਸਭ ਜਾਏ, ਉਹਨਾਂ ਨੂੰ ਮਿਲਿਆ ਸਾਰੀ ਮੈਲ ਉਤਰ ਜਾਂਦੀ ਹੈ। ਤੇ ਮੈਲ ਤੇ ਤਾਂ ਹੀ ਉਤਰੇਗੀ ਨਾ ਜੋ ਆਪ ਸਾਫ਼ ਹੋਵੇਗਾ। ਜੇ ਆਪ ਹੀ ਮੈਲ ਦਾ ਭਰਿਆ ਤੇ ਦੂਜੇ ਨੂੰ ਵੀ ਗੰਦਾ ਕਰੇਗਾ। ਨਾਮ ਜਪਣ ਵਾਲੇ ਗੁਰਮੁਖ ਪਵਿੱਤਰ ਹਨ। ਤਿਨ ਮਿਲਿਆ ਮਲ ਸਭ ਜਾਏ ਸੱਚੇ ਸਰਨਾਏ ਸੱਚੇ ਸਹਿ ਸੁਭਾਏ। ਉਹਨਾਂ ਨੂੰ ਮਿਲਿਆ ਮੈਲ ਲੈ ਜਾਵੇ, ਐਸਾ ਸੱਚਾ ਸਰੋਵਰ ਨਾਮ ਦਾ ਹੀ ਹੈ ਭਾਈ। ਨਾਮ ਦੇ ਸਰੋਵਰ ਵਿੱਚ ਇਸ਼ਨਾਨ ਕਰਕੇ, ਸਤ ਸੰਗਤ ਦਾ ਸਰੋਵਰ ਜਿਹੜਾ ਹੈ ਨਾ, ਇਹਦੇ ਵਿੱਚ ਇਸ਼ਨਾਨ ਕਰਕੇ ਮੈਲਾਂ ਲੈਂਦੀਆਂ, ਤੇ ਉਹ ਗੁਰਮੁਖ ਜਿਹੜੇ ਨੇ ਸੁਭਾਵਕ ਹੀ ਪਰਮਾਤਮਾ ਵਿੱਚ ਸਮਾਇਮਾਨ ਹੋ ਜਾਂਦੇ, ਸਮਾ ਜਾਂਦੇ, ਲੀਨ ਹੋ ਜਾਂਦੇ ਹਨ। ਨਾਮ ਨਿਰੰਜਨ ਅਗੰਮ ਗੋਚਰ ਸਤਿਗੁਰ ਦੀ ਆਪ ਜਾਏ। ਨਾਮ ਪਰਮਾਤਮਾ ਦਾ ਬੜਾ ਵੱਡਾ ਹੈ, ਮਨ ਦੀ ਗਮਤਾ ਤੋਂ ਪਰੇ ਹੈ, ਅੱਖਾਂ ਤੋਂ ਪਰੇ ਹੈ ਪਰਮੇਸ਼ਰ। ਨਾਮ ਉਸ ਦੇ ਨਾਲ ਮਿਲਾ ਦਿੰਦਾ ਹੈ, ਪਰ ਨਾਮ ਗੁਰੂ ਦੇ ਕੋਲੋਂ ਮਿਲਦਾ, ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅਨਦਿਨ ਭਗਤ ਕਰੇ ਰੰਗ ਰਾਤੇ ਨਾਨਕ ਸੱਚ ਸਮਾਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਅਨ ਦਿਨ ਦਿਨੇ ਰਾਤ ਜਿਹੜੇ ਭਗਤੀ ਕਰਦੇ ਨੇ ਉਹਦੇ ਨਾਮ ਦੇ ਰੰਗ ਦੇ ਵਿੱਚ ਰੰਗੇ ਗਏ। ਉਹ ਜਿਹੜੇ ਗੁਰਮੁਖ ਨੇ ਨਾਮ ਜਪ ਕੇ ਉਹ ਸੱਚ ਵਿੱਚ ਸਮਾ ਜਾਂਦੇ ਹਨ। ਜਿਨੀ ਸੱਚੜਾ ਸੱਚ ਧਿਆਇਆ ਹਉ ਤਿਨ ਕੇ ਲਾਗੋਂ ਪਾਏ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਨੂੰ ਧਿਆਇਆ ਹੈ ਉਹ ਸੱਚ ਦਾ ਸਰੂਪ ਹੋ ਗਏ, ਸੱਚ ਵਿੱਚ ਲੀਨ ਹੋ ਗਏ। ਐਸੇ ਗੁਰਮੁਖਾਂ ਦੇ ਚਰਨਾਂ ਤੇ ਲੱਗ ਕੇ ਮੇਰਾ ਵੀ ਭਲਾ ਹੋ ਜਾਵੇ। ਜਿਨ੍ਹਾਂ ਨੇ ਆਪ ਜਪਿਆ ਹੈ ਉਹਨਾਂ ਦੇ ਨਾਲ ਜੁੜ ਕੇ ਮੈਂ ਵੀ ਜਪ ਲਵਾਂ, ਮੇਰਾ ਵੀ ਭਲਾ ਹੋ ਜਾਵੇ। ਐਸੇ ਗੁਰਮੁਖਾਂ ਦਾ ਸੰਗ ਪ੍ਰਾਪਤ ਹੋਏ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਜਿਨ੍ਹਾਂ ਨੂੰ ਮਿਲ ਕੇ ਤੇਰਾ ਨਾਮ ਯਾਦ ਆਵੇ। ਐਸੇ ਗੁਰਮੁਖਾਂ ਦਾ ਸਾਨੂੰ ਦਰਸ਼ਨ
ਸਾਨੂੰ ਮਿਲਾਪ ਪ੍ਰਾਪਤ ਹੋਵੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ ਦਿਓ ਸੱਜਣਾ ਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲੋ। ਅੰਡਨ ਭਗਤ ਕਰੇ ਰੰਗ ਰਾਤੇ, ਨਾਨਕ ਸੱਚ ਸਮਾਏ। ਜਿਨੀ ਸਚੜਾ ਸੱਚ ਧਿਆਇਆ, ਹਉ ਤਿਨ ਕੇ ਲਾਗੋ ਪਾਏ। ਵਾਹਿਗੁਰੂ ਜੀ ਕਾ ਖਾਲਸਾ,